ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਖਰੀ ਵਾਰ ਚੋਣਾਂ ਹੋਇਆਂ ਨੂੰ 11 ਸਾਲ ਹੋ ਚੁੱਕੇ ਨੇ। ਮੈਂ ਇਹ ਕਹਿ ਸਕਦਾ ਕਿ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਸਾਡੀ ਸਿੱਖ ਰਾਜਨੀਤੀ ਜਿਹੜੀ ਉਹ ਡੈਡ ਆ। ਮਜਬੂਰੀ ਬਣਾ ਰਹੀ ਆ ਗਵਰਨਮੈਂਟ ਜਾਂ ਬਾਦਲ ਪਰਿਵਾਰ ਕਿ ਸਿੱਖਾਂ ਦੀ ਮਜਬੂਰੀ ਬਣ ਜਾਏ ਕਿ ਸਾਡੇ ਪਰਿਵਾਰ ਨੂੰ ਹੀ ਪੂਜੋ, ਸਾਡੇ ਪਰਿਵਾਰ ਨੂੰ ਹੀ ਮੱਥਾ ਟੇਕੋ, ਚੇਂਜ ਨਾ ਆਵੇ। ਕਿਉਂਕਿ ਜੋ ਦਿੱਲੀ ਕਮੇਟੀ ਦੇ ਵਿੱਚ ਹੋਇਆ ਉਹ ਕਿਤੇ ਨਾ ਕਿਤੇ ਸੰਗਤ ਦੇ ਮਨ ਦੇ ਵਿੱਚ ਡਰ ਹੈ। ਮੈਂ ਦਿੱਲੀ ਦੇ ਵਿੱਚ ਬਾਦਲ ਨੂੰ ਲਾਉਣ ਲਈ ਸਰਨੇ ਨੂੰ ਹੀਰੋ ਬਣਾਇਆ। ਸਰਨੇ ਨੇ ਸਾਡੀਆਂ ਜੜ੍ਹਾਂ ਵੱਢਤੀਆਂ। ਫਿਰ ਸਰਨੇ ਨੂੰ ਥੱਲੇ ਲਾਉਣ ਲਈ ਮਨਜੀਤ ਨੂੰ ਹੀਰੋ ਬਣਾਇਆ। ਮਨਜੀਤ ਨੇ ਸਾਡਾ ਬੇੜਾ ਕਰ ਕਰਤਾ। ਇਹ ਗੱਲ ਸੱਚੀ ਹੈ ਕਿ ਤੁਸੀਂ ਕਿਹਾ ਸੀ ਕਿ ਭਾਵੇਂ ਮੈਨੂੰ 5 ਜਾਂ 7 ਸੀਟਾਂ ਹੀ ਦੇ ਦਿਓ, ਏਕਾ ਕਰ ਲਓ। ਮੈਂ ਇਹ ਕਿਹਾ ਸੀ 46 ਸੀਟਾਂ ਨੇ, ਇੱਕ ਸੀਟ ਦੇ ਦਿਓ, 45 ਵੰਡ ਲਓ, ਆਪਸ ਵਿੱਚ ਇਕੱਠੇ ਹੋ ਜਾਓ। ਮਾਨ ਸਾਹਿਬ ਨੇ ਇੱਕ ਹੋ ਸਕਦਾ ਤੁਹਾਡਾ? ਨਹੀਂ, ਮਾਨ ਸਾਹਿਬ ਨਾਲ ਹੋ ਚੁੱਕਾ ਸਾਡੇ ਨਾਲ। ਉਹਨਾਂ ਇਹਨਾਂ ਦੇ ਤਜਰਬੇ ਸਾਡੇ ਨਾ ਬੜੇ ਪਹਿਲਾਂ ਦੇ ਉਹ ਕਲੀਅਰ ਹੋ ਚੁੱਕੇ। ਉਹ ਉੱਥੇ ਤੇ ਹੁਣ ਹੱਥ ਜੋੜ ਕੇ ਅਸੀਂ ਪਾਸੇ ਹੋਵਾਂ। ਤੇ ਵਡਾਲੇ ਨੂੰ ਪੁੱਛ ਲਿਆ ਜਾਏ ਵੀ ਤੇਰਾ ਕੱਦ ਕਾੜ, ਤੇਰਾ ਕੋਈ ਅੱਗਾ ਪਿੱਛਾ ਹੈ ਕੋਈ? ਸੰਗਲ ਪਾਇਆ ਹੋਇਆ ਬਾਦਲ ਨੇ ਤੇ ਪੁੱਛਣ ਵਾਲਾ ਕੋਈ ਨਹੀਂ। ਭਾਜਪਾ ਤੇ ਇਹ ਆਪਸ ਵਿੱਚ ਲੜੇ ਹੋਏ ਨੇ, ਇਹ ਅਲੱਗ ਹੋ ਚੁੱਕੇ ਨੇ ਕਾਲੀ। ਲੇਕਿਨ ਹਾਂਜੀ, ਤੁਸੀਂ ਲੱਗ ਨਹੀਂ ਮੰਨਦੇ ਨਾ? ਦੇਖੋ, ਮੈਂ ਕਹਿੰਦਾ ਅਸੀਂ ਮੰਨਾਂਗੇ ਅਲੱਗ ਨੇ, ਲੇਕਿਨ ਭਾਜਪਾ ਸਰਕਾਰ, ਤੁਸੀਂ ਕਹਿ ਰਹੇ ਹੋ ਕਿ ਭਾਜਪਾ ਚੋਣਾਂ ਨਹੀਂ ਹੋਣ ਦੇ ਰਹੀ। ਭਾਜਪਾ ਤਾਂ 20 ਸਾਲ ਨਹੀਂ ਚਾਹੂਗੀ, ਚੋਣਾਂ ਨਹੀਂ ਹੋਣ ਦੇਊਗੀ। ਸਾਡੀ ਆਪਣੀ ਲੀਡਰਸ਼ਿਪ ਜਿਹੜੀ ਉਹ ਚਾਹੁੰਦੀ ਆ ਕਿ ਸਾਡੇ ਤੇ ਸਰਪ੍ਰਸਤ ਕੋਈ ਨਾ ਹੋਵੇ, ਅਸੀਂ ਸਰਪ੍ਰਸਤੀ ਕਰੀਏ। ਤੁਸੀਂ ਬਾਦਲ ਪਰਿਵਾਰ ਨੂੰ ਹਰਾਉਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਉਤਾਰਿਆ ਜਾਵੇ, ਇਹ ਲੁੱਟ ਕੇ ਖਾ ਰਹੇ ਨੇ। ਤੁਸੀਂ ਵੀ ਕਹਿ ਰਹੇ ਹੋ ਇਹ ਗੱਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਹਿ ਰਿਹਾ, ਭਾਈ ਬਲਦੇਵ ਸਿੰਘ ਵਡਾਲਾ ਜੀ ਵੀ ਕਹਿ ਰਹੇ ਨੇ, ਹੋਰ ਤਮਾਮ ਜਿਹੜੀਆਂ ਜਥੇਬੰਦੀਆਂ ਨੇ, ਚਾਹੇ ਦਲ ਖਾਲਸਾ ਹੋਣ ਜਾਂ ਹੋਰ ਪੰਥਕ ਧਿਰਾਂ ਨੇ ਜਿਹੜੀਆਂ, ਉਹ ਵੀ ਇਹ ਗੱਲ ਕਹਿ ਰਹੀਆਂ ਨੇ। ਪਰ ਇਹਨਾਂ ਇਹ ਧਿਰਾਂ ਦੇ ਵਿੱਚ ਏਕਾ ਨਹੀਂ ਨਜ਼ਰ ਆਉਂਦਾ। ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੀ ਹੋਇਆ? ਵੰਡ ਕੇ ਤੁਸੀਂ ਸਾਰੀਆਂ ਨੇ ਜਥੇਬੰਦੀਆਂ ਨੇ ਕਿਹਾ ਕਿ ਬਾਦਲ ਪਰਿਵਾਰ ਲੁੱਟ ਕੇ ਖਾ ਰਿਹਾ, ਪਰ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਬੰਦਾ ਗਲਤ ਹੈ ਜਾਂ ਦੁਸ਼ਮਣ ਹੈ, ਤੁਸੀਂ ਉਹਨੂੰ ਹਰਾਉਣਾ ਹੈ, ਫਿਰ ਏਕਾ ਉੱਥੇ ਕਿਉਂ ਨਹੀਂ? ਸਾਡੇ 'ਚ ਏਕਤਾ ਨਹੀਂ ਤੇ ਬਾਦਲ ਲੈ ਜਾਊਗਾ, ਠੀਕ ਹੈ ਨਾ? ਪਰ ਇਲੈਕਸ਼ਨ ਕਿਉਂ ਨਹੀਂ ਹੋ ਰਹੇ? ਸਾਡੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕਰਕੇ ਅੱਜ ਅਸੀਂ ਮਾਰ ਖਾ ਰਹੇ ਹਾਂ। ਉਹ ਨੌਜਵਾਨ ਕੀ ਕਰ ਰਹੇ ਜਿਹੜੇ ਅਜਿਹੀਆਂ ਸਿਚੁਏਸ਼ਨਾਂ ਦੇ ਵਿੱਚ ਆ ਕੇ ਦੋ ਚਿੱਚੀ ਦੇ ਵਿੱਚ ਪੈ ਜਾਂਦੇ ਨੇ? ਜਿਹੜੇ ਅੱਜ ਬੱਚੇ ਨੇ ਜਿਨ੍ਹਾਂ ਦੀ 18 ਸਾਲ 20 ਸਾਲ ਉਮਰ ਆ, ਇਹਨਾਂ ਨੂੰ ਸਾਡੀ ਜਿਹੜੀ ਪੁਰਾਤਨ ਹਿਸਟਰੀ ਆ, ਘੱਟੋ ਘੱਟ 50 ਸਾਲ ਦੀ ਹਿਸਟਰੀ, ਉਹਦਾ ਇਤਿਹਾਸ ਪੜ੍ਹਨਾ ਚਾਹੀਦਾ। ਆਪਣਾ ਨੁਕਸਾਨ ਕਰਾ ਕੇ ਕਿਸੇ ਦਾ ਅਸੀਂ ਵਾਲ ਵੀ ਵਿੰਗਾ ਨਾ ਕਰ ਸਕੀਏ ਤੇ ਉਹ ਕੋਈ ਰਾਜਨੀਤੀ ਨਹੀਂ ਹੁੰਦੀ। ਪੰਜਾਬ KTV ਦੇਖ ਰਹੇ ਹੋ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਖਰੀ ਵਾਰ ਚੋਣਾਂ ਹੋਇਆਂ ਨੂੰ 11 ਸਾਲ ਹੋ ਚੁੱਕੇ ਨੇ ਅਤੇ ਹੁਣ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਹਨਾਂ ਚੋਣਾਂ ਨੂੰ ਮੁੜ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਜੋ ਮੌਜੂਦਾ ਕਾਰਜਕਾਲ ਹੈ ਇਹ 2016 ਦੇ ਵਿੱਚ ਖਤਮ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਲੀਪ ਦੀ ਤਰ੍ਹਾਂ ਜਿਹੜੇ ਉਹ ਉਸ ਵੇਲੇ ਚੁਣੇ ਗਏ ਨੁਮਾਇੰਦੇ ਨੇ ਉਹ ਕੰਮ ਕਰ ਰਹੇ ਨੇ। ਤਾਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਮੌਜੂਦ ਨੇ। ਉਹ ਲੰਬੇ ਸਮੇਂ ਤੋਂ ਇਹਨਾਂ ਚੋਣਾਂ ਦੀ ਮੰਗ ਕਰ ਰਹੇ ਨੇ। ਤਾਂ ਉਹਨਾਂ ਦੇ ਨਾਲ ਅੱਜ ਇੱਕ ਗੱਲਬਾਤ ਕਰਾਂਗੇ, ਉਹਨਾਂ ਤੋਂ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਕਿ ਆਖਰ ਸਿੱਖਾਂ ਦੇ ਲਈ ਇਹ ਚੋਣਾਂ ਕਿੰਨੀਆਂ ਕੁ ਮਹੱਤਵ ਰੱਖਦੀਆਂ ਨੇ ਅਤੇ ਉਹਨਾਂ ਦਾ ਇਹਨਾਂ ਚੋਣਾਂ ਨੂੰ ਲੈ ਕੇ ਪਰਸਪੈਕਟਿਵ ਕੀ ਹੈ। ਆਓ ਉਹਨਾਂ ਦਾ ਸਭ ਤੋਂ ਪਹਿਲਾਂ ਇੱਕ ਨਿੱਘਾ ਸਵਾਗਤ ਕਰਦੇ ਹਾਂ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਲੰਬੇ ਸਮੇਂ ਤੋਂ ਸਿੱਖ ਜਥੇਬੰਦੀਆਂ ਚੋਣਾਂ ਦੀ ਮੰਗ ਕਰ ਰਹੀਆਂ ਨੇ, ਇਹ ਚੋਣਾਂ ਦਾ ਮਹੱਤਵ ਕਿੰਨਾ ਕੁ ਸਿੱਖਾਂ ਦੇ ਲਈ? ਮਹੱਤਵ ਮੈਂ ਇਹ ਕਹਿ ਸਕਦਾ ਕਿ ਜੇ ਇਲੈਕਸ਼ਨ ਨਹੀਂ ਹੁੰਦੇ ਤੇ ਸਾਡੀ ਸਿੱਖ ਰਾਜਨੀਤੀ ਜਿਹੜੀ ਉਹ ਡੈਡ ਆ। ਇਹਨੂੰ ਕੋਈ ਥਾਂ ਨਹੀਂ। ਇੱਕ ਮਜਬੂਰੀ ਬਣਾ ਰਹੀ ਆ ਗਵਰਨਮੈਂਟ ਜਾਂ ਬਾਦਲ ਪਰਿਵਾਰ ਕਿ ਸਿੱਖਾਂ ਦੀ ਮਜਬੂਰੀ ਬਣ ਜਾਏ ਕਿ ਸਾਡੇ ਪਰਿਵਾਰ ਨੂੰ ਹੀ ਪੂਜੋ, ਸਾਡੇ ਪਰਿਵਾਰ ਨੂੰ ਹੀ ਮੱਥਾ ਟੇਕੋ, ਚੇਂਜ ਨਾ ਆਵੇ। ਤਾਂ ਉਹਦੇ ਲਈ ਇੱਕੋ ਇੱਕ ਰਸਤਾ ਆ ਕਿ ਪ੍ਰਬੰਧਕ ਕਮੇਟੀ ਜਿਹੜੀ ਆ ਇਹਦੀਆਂ ਚੋਣਾਂ ਨਾ ਹੋਣ, ਜਿਉਂ ਦੀ ਤੋਂ ਚਲੀ ਜਾਵੇ। ਜਿਸ ਤਰ੍ਹਾਂ 12 ਸਾਲ ਤੋਂ ਕਬਜ਼ਾ ਲਗਾਤਾਰ, ਇਹ ਜਿਹੜਾ ਕਬਜ਼ਾ ਇਹ ਵੀ ਨਜਾਇਜ਼ ਆ, ਕਿਉਂਕਿ ਇਹ ਜਿਹੜੀਆਂ ਇਲੈਕਸ਼ਨਾਂ ਜਦੋਂ ਹੋਈਆਂ ਉਦੋਂ ਹਾਈ ਕੋਰਟ ਨੇ ਰੱਦ ਕੀਤਾ ਹੈ ਇਲੈਕਸ਼ਨ। ਜਦੋਂ ਰੱਦ ਕੀਤਾ ਹੈ ਤੇ ਸੁਪਰੀਮ ਕੋਰਟ ਗਿਆ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਸਟੇ ਨਹੀਂ ਦਿੱਤੀ। ਫਿਰ ਇਹ ਪਿਛਲਾ ਹਾਊਸ ਕੰਮ ਕਰਦਾ ਰਿਹਾ 5 ਸਾਲ। ਫਿਰ ਅਚਾਨਕ ਇਹਨਾਂ ਨੇ ਸੁਪਰੀਮ ਕੋਰਟ 'ਚ ਆਪਣਾ ਪਾਰਲੀਮੈਂਟ ਦੇ ਇੱਕ ਰੈਜੂਲੇਸ਼ਨ ਪਾਸ ਕਰਵਾ ਲਿਆ ਕਿ ਇਹ
ਜਿਹੜੀ ਵਜ੍ਹਾ ਸੀ ਉਹਨੂੰ ਰੱਦ ਕਰਨ ਦੀ ਵੀ ਉਹ ਅਸੀਂ ਜੀ 2003 ਤੋਂ ਲਾਗੂ ਹੋਊਗਾ ਤੇ ਇਹ ਸਹਿਜਧਾਰੀਆਂ ਦੀ ਵੋਟ ਰੱਦ ਕੀਤੀ ਜਾਂਦੀ ਹੈ। ਮਤਾ ਪਾਸ ਕੀਤਾ 16 ਚ, ਲਾਗੂ ਹੋਊਗਾ 2003 ਤੋਂ। ਇਹ ਇੱਕ ਡਰਾਮਾ ਸੀ ਜੀ। ਸੁਪਰੀਮ ਕੋਰਟ ਨੇ ਤੇ ਬੜੀ ਵਿਲੱਖਣ ਜੀ ਟਿੱਪਣੀ ਕੀਤੀ ਆ, ਪਰ ਸਾਡੇ ਕੋਲ ਇੰਨਾ ਪੈਸਾ ਹੈ ਨਹੀਂ ਵੀ ਅਸੀਂ 5-5 ਲੱਖ ਰੁਪਇਆ ਵਕੀਲ ਦਾ ਇੱਕ ਪੇਸ਼ੀ ਦਾ ਦੇ ਕੇ ਉੱਥੇ ਪੁੱਗ ਸਕੀਏ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਇਹ ਜਿਹੜਾ ਇਹਦੀ ਕਟਾਈ ਆ ਦੀ ਅਦਾਲਤ ਦੀ ਕਟਾਈ ਆ, ਹਾਂਜੀ, ਅਦਾਲਤ ਦੇ ਫੈਸਲੇ ਨੂੰ ਤੁਸੀਂ ਖਤਮ ਕੀਤਾ ਇੱਕ ਕਿਸਮ ਦਾ। ਤੋ ਇਹਨੂੰ ਕੋਈ ਚਾਹਵੇ ਤੇ ਇਹਨੂੰ ਚੈਲੰਜ ਕਰ ਸਕਦਾ, ਲੇਕਿਨ ਸਾਡੇ ਕੋਲ ਇਹਨਾਂ ਪੈਸਾ ਨਹੀਂ ਕਿ ਅਸੀਂ 5-5 ਲੱਖ ਰੁਪਏ ਇੱਕ ਪੇਸ਼ੀ ਦਾ ਦੇ ਕੇ ਸੁਪਰੀਮ ਕੋਰਟ ਜਾ ਸਕੀਏ। ਇਹ ਅਚਾਨਕ ਪਾਰਲੀਮੈਂਟ ਜੋ ਦੇ ਫੈਸਲੇ ਤੋਂ ਬਾਅਦ ਹੋਮ ਮਿਨਿਸਟਰੀ ਨੇ ਇੱਕ ਚਿੱਠੀ ਕੱਢ ਕੇ ਇਹਨਾਂ ਨੂੰ ਹਾਊਸ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਜਿਹੜਾ ਡੈਡ ਕੀਤਾ ਅਦਾਲਤ ਨੇ ਰੱਦ ਕੀਤਾ ਹਾਊਸ, ਉਸੇ ਹਾਊਸ ਨੂੰ ਦੁਬਾਰਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਉਹ ਅੱਜ ਤੱਕ ਚੱਲਿਆ ਜਾ ਰਿਹਾ। ਉਹ ਹਾਊਸ ਅੱਜ ਤੱਕ ਕੰਮ ਕਰ ਰਿਹਾ, ਅੱਜ ਤੱਕ ਕੰਮ ਕਰ ਰਿਹਾ। ਔਰ ਇਹ ਕਿਸੇ ਵੀ ਹਾਊਸ ਦੀ ਮਿਆਦ ਜਿਹੜੀ 5 ਸਾਲ ਹੁੰਦੀ ਹੈ, 12 ਸਾਲ ਹੋ ਚੁੱਕੇ। ਫਿਰ ਅੱਜ ਦੇਖਣ ਨੂੰ ਇਹ ਲੱਗਦਾ ਕਿ ਭਾਜਪਾ ਤੇ ਇਹ ਆਪਸ ਵਿੱਚ ਲੜੇ ਹੋਏ ਨੇ, ਇਹ ਅਲੱਗ ਹੋ ਚੁੱਕੇ ਨੇ ਕਾਲੀ। ਲੇਕਿਨ ਹਾਂਜੀ, ਤੁਸੀਂ ਅਲੱਗ ਨਹੀਂ ਮੰਨਦੇ ਨਾ? ਦੇਖੋ, ਮੈਂ ਕਹਿੰਦਾ ਅਸੀਂ ਮੰਨਾਂਗੇ ਅਲੱਗ ਨੇ, ਲੇਕਿਨ ਭਾਜਪਾ ਸਰਕਾਰ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੀ? ਇਹਦਾ ਕਾਰਨ ਕੀ ਹੈ? ਸਾਡੀ ਸਿੱਖ ਕੌਮ ਨੂੰ ਜਿਹੜਾ ਨੇਸਤੋ ਨਬੂਦ ਕਰਨ ਵਾਲੀ ਕਹਾਣੀ ਆ, ਸਾਡੀ ਪਾਰਲੀਮੈਂਟ, ਸਾਡੀ ਸੱਚੀ ਸਰਕਾਰ ਪ੍ਰਬੰਧਕ ਕਮੇਟੀ ਹੈ। ਪ੍ਰਬੰਧਕ ਕਮੇਟੀ ਦੇ ਵਿੱਚ ਸਿੱਖ ਜਿਹੜੇ ਨੇ ਆਪਣੀ ਚੁਆਇਸ ਨਾਲ ਚੇਂਜ ਲਿਆ ਸਕਦੇ। ਜਦੋਂ ਪ੍ਰਬੰਧਕ ਕਮੇਟੀ ਚੇਂਜ ਆਇਆ ਉਦੋਂ ਸਿੱਖ ਰਾਜਨੀਤੀ 'ਚ ਵੀ ਆਊਗਾ। ਇਹ ਹੋ ਸਕਦਾ ਨਾ ਭਾਉਂਦਾ ਹੋਵੇ ਬਾਦਲ ਸਰਕਾਰ, ਬਾਦਲ ਨੂੰ ਤੇ ਸੈਂਟਰ ਸਰਕਾਰ ਨੂੰ। ਤੋ ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਇਲੈਕਸ਼ਨ ਕਮਿਸ਼ਨ ਨਿਯੁਕਤ ਕੀਤਿਆਂ ਵੀ 1.5-2 ਸਾਲ ਹੋ ਗਏ, ਲੇਕਿਨ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਗੱਡੀ ਮਿਲ ਗਈ, ਡਰਾਈਵਰ ਨਹੀਂ ਮਿਲਿਆ, ਉਹਨੂੰ ਸਟੈਨੋ ਨਹੀਂ ਮਿਲਿਆ, ਉਹਦਾ ਸਟਾਫ ਨਹੀਂ ਕੋਈ ਮਿਲਿਆ। ਜੇ ਪਹਿਲਾਂ ਦਫ਼ਤਰ ਨਹੀਂ ਸੀ, ਹੁਣ ਦਫ਼ਤਰ ਮਿਲਿਆ। ਭਈ 1 ਸਾਲ ਤੇ ਉਹਨਾਂ ਕਾਂਗਰਸ ਸਰਕਾਰ ਨੇ ਦਫ਼ਤਰ ਨਹੀਂ ਦਿੱਤਾ ਉਹਨੂੰ। ਜੇ ਦਫ਼ਤਰ ਬਣਿਆ ਤੇ ਉਹਨੂੰ ਸਟਾਫ ਨਹੀਂ ਮਿਲ ਰਿਹਾ। ਵੋਟਾਂ ਬਣਨ ਦਾ ਪ੍ਰੋਸੈਸ ਜਿਹੜਾ ਸ਼ੁਰੂ ਨਹੀਂ ਹੋ ਰਿਹਾ। ਸਿੰਘ ਸਾਹਿਬ, ਜਿਵੇਂ ਤੁਸੀਂ ਕਿਹਾ ਕਿ 1 ਸਾਲ ਕਾਂਗਰਸ ਸਰਕਾਰ ਨੇ ਦਫ਼ਤਰ ਨਹੀਂ ਦਿੱਤਾ, ਪਰ ਕਾਂਗਰਸ ਸਰਕਾਰ ਨੇ ਆਪਣੇ ਰਾਜ ਦੇ ਵਿੱਚ 2019 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਤਾ ਵੀ ਪਾਸ ਕੀਤਾ ਸੀ ਕਿ ਅਸੀਂ ਸੈਂਟਰ ਦੇ ਉੱਤੇ ਦਬਾਅ ਪਾਵਾਂਗੇ, ਚੋਣਾਂ ਕਰਵਾਈਆਂ ਜਾਣ। ਫਿਰ ਉਹ ਮਤਾ ਕਿਉਂ ਪਾਸ ਹੋਇਆ? ਫਿਰ ਉਸ ਤੋਂ ਬਾਅਦ ਉਹਨਾਂ ਨੇ ਦਫ਼ਤਰ ਕਿਉਂ ਨਹੀਂ ਦਿੱਤਾ? ਆਪਣੀਆਂ ਯਾਰੀਆਂ ਪਗਾਉਣ ਲਈ, ਇੱਕ ਦੂਸਰੇ ਦੇ ਨਾਲ ਦੋਸਤੀਆਂ ਨਿਭਾਉਣ ਲਈ, ਇੱਕ ਦੂਸਰੇ ਨੂੰ ਬਚਾਉਣ ਲਈ। ਇਹ ਮਤੇ ਦੀ ਕੀ ਵੈਲਿਊ ਆ, ਇਹ ਤੇ ਸਰਕਾਰ ਦਾ ਕਰਮ ਦੱਸਦਾ। ਜਦੋਂ ਸੈਂਟਰ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨਿਯੁਕਤ ਕਰ ਦਿੱਤਾ, ਤੁਸੀਂ ਉਹਨੂੰ ਦਫ਼ਤਰ ਕਿਉਂ ਨਾ ਦਿਓ? ਦਫ਼ਤਰ ਦਿਓ ਤੇ 1 ਸਾਲ ਬਾਅਦ ਰੈਵਨਿਊ ਹੋ ਰਿਹਾ ਜੀ, ਫਲਾਨਾ ਹੋ ਰਿਹਾ ਜੀ, ਢੀਂਗੜਾ ਹੋ ਰਿਹਾ, ਕਿਤੇ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ। ਉਹਦੇ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਇਜਾਜ਼ਤ ਕਿਉਂ ਨਹੀਂ ਦਿੱਤੀ ਕਿ ਵੋਟਾਂ ਬਣਾਓ? ਅੱਜ ਸੈਂਟਰ ਸਰਕਾਰ ਵੀ ਜਿਹੜੀ ਉਹ ਨਿਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ। ਇਲੈਕਸ਼ਨ ਕਮਿਸ਼ਨ ਜਿਹੜਾ ਉਹ ਆਰਾਮ ਨਾਲ ਵੇਟ ਕਰ ਰਿਹਾ ਕਿ ਮੈਨੂੰ ਕਦੋਂ ਹੁਕਮ ਮਿਲੇ, ਕਦੋਂ ਮੈਂ ਤੁਰਾਂ। ਪਿੱਛੇ ਦੋਸ਼ੀ ਕੌਣ ਹੋਏ? ਇਹਦੇ ਦੋਸ਼ੀ ਬਾਦਲ ਪਰਿਵਾਰ ਤੇ ਸੈਂਟਰ ਸਰਕਾਰ ਦੀ ਮਿਲੀ ਭੁਗਤ ਹੈ। ਮਿਲੀ ਭੁਗਤ ਹੈ। ਤਾਂ ਇਤਿਹਾਸ ਦੇ ਵਿੱਚ ਜਦੋਂ ਦੇਖਦੇ ਹਾਂ ਤਾਂ ਪਹਿਲਾਂ ਵੀ ਬਹੁਤ ਵਾਰ ਜਿਹੜੀਆਂ ਚੋਣਾਂ ਨੇ 1978 ਤੋਂ ਲੈ ਕੇ 1996 ਤੱਕ 18 ਸਾਲ ਚੋਣਾਂ ਨਹੀਂ ਹੋਈਆਂ। ਉਸ ਵੇਲੇ ਵੀ ਬੜਾ ਲੰਬਾ ਸਮਾਂ, ਹੁਣ ਵੀ ਉਨਾ ਕੁ ਸਮਾਂ ਜਿਹੜਾ 12 ਸਾਲ ਦਾ ਤਕਰੀਬਨ। ਉਦੋਂ ਤੇ ਜੀ ਗੋਲੀ ਚੱਲਦੀ ਸੀ ਪੰਜਾਬ 'ਚ। ਉਦੋਂ ਇਹ ਕਹਿ ਰਹੀ ਜੀ ਇਹ 'ਚ ਮਿਲੀਟੈਂਸੀ ਆ, ਫਲਾਨਾ ਢੀਂਗੜਾ, ਗੋਲੀ ਚੱਲਦੀ ਆ, ਹੁਣ ਤਾਂ ਸ਼ਾਂਤੀ ਹੈ। ਹੁਣ ਤੇ ਸ਼ਾਂਤੀ ਹੈ। ਸਾਡੇ ਨਾਲੋਂ ਵੱਧ ਕ੍ਰਾਈਮ ਦੂਜੀਆਂ ਸਟੇਟਾਂ 'ਚ। ਤੋ ਇਹ ਜਿਹੜਾ ਸਾਨੂੰ ਸਮਝ ਨਹੀਂ ਆ ਰਹੀ, ਸੈਂਟਰ ਸਰਕਾਰ ਜਿਹੜੀ ਆ ਇਹ ਪ੍ਰਕਾਸ਼ ਸਿੰਘ ਬਾਦਲ ਨੂੰ ਧੱਕੇ ਨਾਲ ਕਬਜ਼ਾ ਕਰਾ ਕੇ ਗੁਰੂ ਘਰ ਦੀਆਂ ਜਾਇਦਾਦਾਂ ਕਿਉਂ ਲੁਟਾ ਰਹੀ ਹੈ? ਸਾਡੇ ਘਰ ਗੁਰੂ ਘਰ ਦੀਆਂ ਜਾਇਦਾਦਾਂ ਸੁਰੱਖਿਅਤ ਨਹੀਂ, ਉਹਦੀ ਗੋਲਕ ਦਾ ਪੈਸਾ ਸੁਰੱਖਿਅਤ ਨਹੀਂ, ਸਿਧਾਂਤ ਸੁਰੱਖਿਅਤ ਨਹੀਂ। ਸਾਡਾ ਬਹੁਤ ਵੱਡਾ ਸਿਧਾਂਤ ਜਿਹੜਾ ਸਾਡੀ ਕੌਮ ਦੀ ਸਰਪ੍ਰਸਤੀ ਕਰਦਾ, ਉਹ ਪੰਥ ਤੇ ਗ੍ਰੰਥ ਆ, ਉਹ ਬਾਦਲ ਨੇ ਨੌਕਰ ਬਣਾਇਆ ਹੋਇਆ ਆਪਣਾ। ਕਦੀ ਸੁੱਚੇ ਲੰਗਾਹ ਨੂੰ ਮਾਫੀ ਦਵਾ ਦੇ, ਕਦੀ ਰਾਮ ਰਹੀਮ ਨੂੰ ਮਾਫੀ ਦਵਾ ਦੇ, ਕਦੀ ਆਪ ਫਕਰੇ ਕੌਮ ਦੇ ਖਿਤਾਬ ਲੈ ਲਾ। ਮਿਸਯੂਜ ਜਿਵੇਂ ਬਾਕੀ ਭਾਰਤ ਦੇ ਵਿੱਚ ਹੋਰ ਜਿਹੜੇ ਧਰਮ ਵਸਦੇ ਨੇ, ਉਹਨਾਂ ਦੇ ਵੱਲ ਜਦੋਂ ਦੇਖਦੇ ਹਾਂ ਕਿ ਚਾਹੇ ਇਸਲਾਮ ਹੈ, ਚਾਹੇ ਹਿੰਦੂ ਧਰਮ ਦੇ ਲੋਕ ਨੇ,
ਉਹਨਾਂ ਦੇ ਉੱਤੇ ਸਿਆਸਤ ਦਾ ਕੁੰਡਾ ਨਹੀਂ ਹੈਗਾ, ਉਹਨਾਂ ਦੀਆਂ ਚੋਣਾਂ ਇਲੈਕਸ਼ਨ ਚੋਣ ਕਮਿਸ਼ਨ ਹੈ ਜਿਹੜਾ ਉਹ ਨਹੀਂ ਕਰਾਉਂਦਾ ਹੈਗਾ। ਪਰ ਜਿਹੜੀਆਂ ਸਿੱਖਾਂ ਦੀ ਪਾਰਲੀਮੈਂਟ ਹੈ, ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਕਿ ਦੁਨੀਆ ਦੀ ਸਾਡੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਹੈ ਦੁਨੀਆ ਦੇ ਵਿੱਚ, ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਉਹ ਰਿਪਰੈਜ਼ੈਂਟੇਸ਼ਨ ਇੱਕ ਡੀਸੀ ਦੇ ਅਧਿਕਾਰ ਥੱਲੇ ਆ ਜਾਂਦੀ ਹੈ, ਉਸ ਨੂੰ ਚੋਣ ਕਮਿਸ਼ਨ ਹੈਂਡਲ ਕਰਦਾ ਹੈ। ਚੋਣ ਕਮਿਸ਼ਨ ਚਾਹਵੇ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਚੋਣਾਂ ਨਹੀਂ ਹੋਣ ਦੇ ਰਹੀ, ਭਾਜਪਾ ਤਾਂ 20 ਸਾਲ ਨਹੀਂ ਚਾਹੂਗੀ ਚੋਣਾਂ ਨਹੀਂ ਹੋਣ ਦੇਊਗੀ, ਕੀ ਸਿੱਖਾਂ ਦੇ ਕੋਲ ਆਪਣਾ ਇੱਕ ਚੋਣ ਕਮਿਸ਼ਨ ਜਿਹੜਾ ਇੱਕ ਆਜ਼ਾਦ ਕਮਿਸ਼ਨ ਹੋਵੇ ਸਿੱਖਾਂ ਦਾ, ਜਿਹੜਾ ਕਹੇ ਕਿ ਹਾਂ 5 ਸਾਲ ਪੂਰੇ ਹੋ ਗਏ ਅਸੀਂ ਚੋਣਾਂ ਕਰਵਾਵਾਂਗੇ? ਅਸਲ 'ਚ ਇਹ ਜਿਹੜੀਆਂ ਕਮੀਆਂ ਨੇ ਇਹ ਸੈਂਟਰ ਨਾਲੋਂ ਜ਼ਿਆਦਾ ਸਾਡੀ ਆਪਣੀ ਲੀਡਰਸ਼ਿਪ ਦੀਆਂ ਨੇ ਜੀ। ਸਾਡੀ ਆਪਣੀ ਲੀਡਰਸ਼ਿਪ ਜਿਹੜੀ ਉਹ ਚਾਹੁੰਦੀ ਆ ਕਿ ਸਾਡੇ ਤੇ ਸਰਪ੍ਰਸਤ ਕੋਈ ਨਾ ਹੋਵੇ, ਅਸੀਂ ਸਰਪ੍ਰਸਤੀ ਕਰੀਏ। ਪੰਜ ਪਿਆਰੇ ਜਿਨ੍ਹਾਂ ਨੂੰ ਦਸਮ ਪਾਤਸ਼ਾਹ ਨੇ ਪਾਤਸ਼ਾਹੀ ਦਿੱਤੀ ਹੈ, ਇਹ ਕਿਹਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ, ਪ੍ਰਾਣ ਮਤਲਬ ਪੰਥ, ਜਿਹੜਾ ਪੰਥ 'ਚ ਸੀਸ ਲੈ ਕੇ ਆਇਆ ਜਿਹਨੇ ਸੰਸਥਾ ਬਣਾਈ, ਉਹ ਜੇ ਮੇਰਾ ਦਰਸ਼ਨ ਕਰਨਾ ਤੇ ਪੰਜਾਂ 'ਚੋਂ ਕਰਿਆ, ਜਿਹੜੀ ਮੇਰੀ ਆਤਮਾ ਨੂੰ ਦੇਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਪੜ੍ਹਿਓ। ਉਹ ਦੋਵੇਂ ਸੁਰੱਖਿਅਤ ਨਹੀਂ। ਤੇ ਇਹਦੇ ਲਈ ਮਿਹਰਬਾਨੀ ਕਿਹਦੀ ਆ? ਪ੍ਰਕਾਸ਼ ਸਿੰਘ ਬਾਦਲ ਦੇ ਉਹਦੇ ਪਰਿਵਾਰ ਦੀ। ਕਦੀ 328 ਸਰੂਪ ਗਾਇਬ, ਕਦੀ 502 ਸਰੂਪ ਉਹ ਗਾਇਬ ਜਿਹੜੇ ਸਦੀਆਂ ਪੁਰਾਣੇ ਸਾਡੇ ਹੱਥ ਨਾਲ ਲਿਖੇ ਹੋਏ ਸਿੱਖਾਂ ਨੇ ਬਣਾਏ, ਉਹ ਸਰੂਪ ਅੱਜ ਲੱਭਦੇ ਨਹੀਂ ਪਏ। ਲਗਾਤਾਰ ਮੈਂ ਪ੍ਰਚਾਰ ਕਰ ਰਿਹਾ ਵੀ ਇਹ ਸਾਨੂੰ ਦੱਸੋ ਕਿੱਥੇ ਗਏ, ਕੌਣ ਲੈ ਗਿਆ। ਨਾ 28 ਹੁਕਮਨਾਮੇ ਮਿਲਦੇ ਨੇ ਗੁਰੂ ਸਾਹਿਬਾਂ ਦੇ ਅਸਲ, ਨਾ 2 ਦਸਮ ਗ੍ਰੰਥ ਅਸਲ ਮਿਲਦੇ ਨੇ ਪ੍ਰਾਤਨ, ਨਾ 2 ਰਹਿਤ, ਨਾ 2 ਖਰੜੇ ਮਿਲਦੇ ਨੇ ਜਿਹੜੇ ਜਨਮ ਸਾਖੀਆਂ ਦੇ, ਨਾ ਹੀ 502 ਸਰੂਪ ਮਿਲਦੇ ਨੇ ਜਿਹੜੇ ਹੱਥ ਲਿਖਤ ਨੇ, ਜਿਨ੍ਹਾਂ 'ਚ ਇੱਕ ਸੁਨਹਿਰੀ ਬੀੜ ਆ ਬਾਬਾ ਹਰਦਾਸ ਵਾਲੀ। ਇਹ ਨਹੀਂ ਮਿਲਦੇ ਪਏ। ਇਹ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਰਜਿਸਟਰ 'ਚ ਦਰਜ ਹੈ ਕਿ ਸਾਡੇ ਕੋਲ ਸਮਾਨ ਦਿੱਲੀੋਂ ਆ ਗਿਆ। ਅਲਮਾਰੀਆਂ ਤੇ ਲਿਖਿਆ ਦਿੱਲੀ ਤੋਂ ਰਿਟਰਨ ਸਮਾਨ ਇਸ ਅਲਮਾਰੀ 'ਚ, ਲੇਕਿਨ ਅਲਮਾਰੀਆਂ ਖਾਲੀ ਨੇ। ਉਹ ਜਿਹੜੀ 1984 ਦੀ ਰੈਫਰੈਂਸ ਲਾਇਬ੍ਰੇਰੀ, ਉਹ ਅਲਮਾਰੀਆਂ ਖਾਲੀ ਨੇ। ਉਹਦੇ ਵਿੱਚ ਹਾਈ ਕੋਰਟ ਪੁੱਛ ਰਿਹਾ ਹੈ ਲਗਾਤਾਰ 2008 ਤੋਂ ਹਰੇਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਕਿ ਇਹ ਸਮਾਨ ਕਿੱਥੇ ਗਿਆ, ਸਾਨੂੰ ਦੱਸੋ। ਉਹ ਪ੍ਰਧਾਨ ਜਿਹੜਾ ਉਹ ਅਸੀਂ ਲੱਭ ਰਹੇ ਹਾਂ, ਕਮੇਟੀ ਬਣਾਈ ਆ, ਲੱਭ ਰਹੇ ਹਾਂ। ਹੁਣ 23 ਜਨਵਰੀ ਦੀ ਡੇਟ ਪਈ ਆ। ਇਹ ਪ੍ਰਧਾਨ ਜਿਹੜਾ ਹੋਣ ਵਾਲਾ, ਇਹ ਦੇਖੋ ਕੀ ਕਹਿੰਦਾ ਉੱਥੇ। ਜਿਵੇਂ ਤੋ ਇਹ ਜਿਹੜਾ ਸਾਡਾ ਅਸਲਾ ਆ, ਉਹ ਸਾਡਾ ਅਸਲਾ ਇਹ ਗ੍ਰੰਥ ਨੇ। ਸਾਡਾ ਅਸਲਾ ਸਾਡਾ ਸਿਧਾਂਤ ਆ, ਪੰਥ ਤੇ ਗ੍ਰੰਥ। ਸਾਡਾ ਅਸਲਾ ਮੀਰੀ ਤੇ ਪੀਰੀ ਆ। ਉਹ ਸਾਰੇ ਦੇ ਸਾਰਿਆਂ ਨੂੰ ਸੰਗਲ ਪਾਇਆ ਹੋਇਆ ਬਾਦਲ ਨੇ, ਤੇ ਪੁੱਛਣ ਵਾਲਾ ਕੋਈ ਨਹੀਂ। ਉਹਦੇ ਉੱਤੇ ਕੁੰਡਾ ਕੋਈ ਨਹੀਂ, ਨਾ ਸੈਂਟਰ ਦਾ ਨਾ ਸਾਡੇ ਧਰਮ ਦਾ। ਧਰਮ ਦਾ ਜਿਹੜਾ ਕੁੰਡਾ ਹੋਣਾ ਚਾਹੀਦਾ ਸੀ, ਉਹ ਹੋਣਾ ਚਾਹੀਦਾ ਸੀਗਾ ਆਲ ਓਵਰ ਵਰਲਡ ਦੇ ਵਿੱਚ ਵਸਦੇ ਸਿੱਖਾਂ ਵੱਲੋਂ 5 ਸਿੰਘ ਸਿਲੈਕਸ਼ਨ ਰਾਹੀਂ ਨਿਯੁਕਤ ਕੀਤੇ ਜਾਂਦੇ ਜਿਹੜੇ ਕੌਮ ਦੀ ਨੁਮਾਇੰਦਗੀ ਕਰਦੇ। ਉਹ ਅਕਾਲ ਤਖਤ ਤੇ ਬੈਠਦੇ, ਉਹਨਾਂ ਦਾ ਸਪੋਕਸਮੈਨ ਜਥੇਦਾਰ ਅਕਾਲ ਤਖਤ ਖਵਾਉਂਦਾ। ਉਹ ਬਾਦਲ ਦੇ ਗੱਲ 'ਚ ਸਾਫਾ ਪਾ ਕੇ ਪੁੱਛਦੇ ਵੀ ਇਹ ਸਮਾਨ ਕਿੱਥੇ ਗਿਆ, ਇਹ ਪੈਸਾ ਕਿੱਥੇ ਗਿਆ, ਇਹ ਜ਼ਮੀਨਾਂ ਕਿਵੇਂ ਵਿਕ ਰਹੀਆਂ ਨੇ। ਤੁਹਾਨੂੰ ਯਾਦ ਹੋਊਗਾ ਅਸੀਂ ਇੱਥੇ 24 ਸਤੰਬਰ ਨੂੰ ਇੱਕ ਬਹੁਤ ਵੱਡਾ ਇਕੱਠ ਕੀਤਾ ਅੰਬ ਸਾਹਿਬ, ਬਾਰਿਸ਼ ਬਹੁਤ ਆ ਗਈ ਜੀ। ਉਹਦੇ ਵਿੱਚ ਮੈਂ ਇੱਕ ਦਿਨ ਪਹਿਲਾਂ ਨੋਟਿਸ ਆਇਆ ਪੰਜਾਬੀ ਟ੍ਰਿਬਿਊਨ 'ਚ, ਅੰਬ ਸਾਹਿਬ ਦੀ ਮਲਕੀਅਤ 9 ਏਕੜ ਜ਼ਮੀਨ 26 ਤਰੀਕ ਨੂੰ ਨਿਲਾਮ ਹੋਊਗੀ। ਅੰਬ ਸਾਹਿਬ ਜੀ ਜਿਨ੍ਹਾਂ ਨੇ ਬੋਲੀ ਦੇਣੀ ਆ, ਉਹ 50 ਲੱਖ ਦਾ ਡਰਾਫਟ ਬਣਾ ਕੇ ਮੈਨੇਜਰ ਨੂੰ ਦੇ ਦੇਣ। ਮੈਂ ਉੱਥੇ ਸੰਗਤ ਦੇ ਵਿੱਚ ਉਹ ਦਿਖਾਇਆ ਕਿ ਇਹ ਸਾਡੀਆਂ ਜ਼ਮੀਨਾਂ ਦਾ ਹਾਲ ਹੈ। ਜਿਹੜੀ ਜ਼ਮੀਨ ਵਿਕ ਨਹੀਂ ਸਕਦੀ ਕਾਨੂੰਨੀ ਤੌਰ ਤੇ, ਉਹ ਵਿਕ ਰਹੀ ਜੇ। ਇੱਕ ਵਿਕ ਚੁੱਕੀ ਜੇ, ਉਹਦਾ ਮਾਲ ਬਣਿਆ ਪਿਆ ਜੇ, ਇੱਕ ਵਿਕਣ ਨੂੰ ਜਾ ਰਹੀ ਜੇ 9 ਤੇ। ਤੁਸੀਂ ਇਹਨੂੰ ਸੰਭਾਲ ਲਓ, ਇਹ ਹੁਣ ਭਾਂਡੇ ਬਚਾ ਲਿਓ ਆਪਣੇ ਲੰਗਰ ਦੇ। ਤਾਂ ਫਿਰ ਸਿੱਖਾਂ ਨੇ ਪਹਿਰਾ ਦਿੱਤਾ ਤੇ ਉਹ ਜ਼ਮੀਨ ਦਾ ਮਤਾ ਇਹਨਾਂ ਨੇ ਰੱਦ ਕੀਤਾ। ਤੋ ਸਾਡੀਆਂ ਜ਼ਮੀਨਾਂ ਜਦੋਂ ਨਿਲਾਮ ਹੋਣੀਆਂ ਸ਼ੁਰੂ ਹੋ ਜਾਣ, ਗੁਰੂ ਘਰ ਦੀਆਂ ਜ਼ਮੀਨਾਂ ਜਦੋਂ ਲੀਜ਼ ਤੇ ਜਾਣ ਲੱਗ ਪੈਣ, ਤਾਂ ਉਦੋਂ ਸਾਡੇ ਪੱਲੇ ਕੀ ਰਹੂਗਾ? ਇਹ ਸਾਡੀ ਲੀਡਰਸ਼ਿਪ ਕਿਹੋ ਜਿਹੀ ਹੈ? ਸਾਡੀ ਲੀਡਰਸ਼ਿਪ ਜਿਹੜੀ ਆ, ਸਾਡਾ ਲੀਡਰ ਦਸਮ ਪਾਤਸ਼ਾਹ ਜਿਹਨੇ ਸਾਨੂੰ ਸਿਧਾਂਤ ਦਿੱਤੇ, ਜਿਹਨੇ ਸਾਨੂੰ ਮਰਿਆਦਾ ਦਿੱਤੀ, ਜਿਹਨੇ ਸਾਨੂੰ ਉਹ ਨਿਜ਼ਾਮ ਦਿੱਤਾ ਕਿ ਤੁਸੀਂ ਇਸ ਤਰੀਕੇ ਨਾਲ ਜਾ ਸਕਦੇ ਹੋ, ਜਿਸ ਨੇ ਆਪ ਉਸ ਨਿਜ਼ਾਮ ਨੂੰ ਮੰਨਿਆ। ਜਦੋਂ 5 ਪਿਆਰੇ ਸਾਜੇ ਤੇ ਉਹਨਾਂ ਨੂੰ ਗੁਰੂ ਖਾਲਸਾ ਕਹਿ ਕੇ ਨਿਵਾਜਿਆ। ਸਿੰਘ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਲੀਡਰਸ਼ਿਪ ਕਿਵੇਂ ਦੀ ਹੈ, ਤਾਂ ਬਹੁਤ ਵਾਰੀ ਇਹ ਹੁੰਦਾ ਹੈ ਕਿ ਬਲੇਮ ਕਰ ਦਿੱਤਾ ਜਾਂਦਾ ਹੈ ਸੰਗਤ ਨੂੰ ਵੀ ਸਿੱਖ ਨਹੀਂ ਆਪੜਦੇ, ਸਿੱਖ ਨਹੀਂ ਖੜਦੇ, ਪੰਥ ਨਹੀਂ ਆਉਂਦਾ। ਮੈਂ ਸਰਬੱਤ ਖਾਲਸੇ ਦਾ ਇਕੱਠ ਦੇਖ ਲਵਾਂ ਜਾਂ ਹੋਰ ਕੋਈ ਜਿਹੜੇ ਪੰਥਕ ਇਕੱਠ ਨੇ, ਬਰਗਾੜੀ ਵਾਲੇ ਇਕੱਠ ਦੇਖ ਲਵਾਂ, ਜਿੰਨੇ ਵੀ ਪੰਥਕ ਇਕੱਠ ਦੇਖ ਲਿਆ ਜਾਵੇ, ਸੰਗਤ ਹੁਮ ਹਮਾ ਕੇ ਪਹੁੰਚਦੀ ਰਹੀ ਹੈ ਕਿ ਸਾਡੇ ਮਸਲੇ ਨੇ ਅਸੀਂ ਹੱਲ ਕਰਾਉਣਾ ਚਾਹੁੰਦੇ ਹਾਂ। ਪੈਰ ਪਿੱਛੇ ਖਿੱਚਦੇ ਨੇ ਤਾਂ ਲੀਡਰ ਖਿੱਚਦੇ ਨੇ, ਬਾਅਦ ਦੇ ਵਿੱਚ ਬਲੇਮ ਸੰਗਤ ਦੇ ਉੱਤੇ ਪਾ ਦਿੱਤਾ ਜਾਂਦਾ। ਕੀ ਗੱਲ ਹੈ ਕਿ ਲੀਡਰਾਂ ਦੇ ਵਿੱਚ? ਮੈਂ ਨਹੀਂ ਲਾਇਆ, ਮੈਂ ਤੁਹਾਨੂੰ ਆਉਂਦਿਆਂ ਕਿਹਾ ਕਿ ਸਾਡੀ ਲੀਡਰਸ਼ਿਪ ਦੀ ਕਮਜ਼ੋਰੀ ਹੈ।
ਮੈਂ ਨਹੀਂ ਕਿਹਾ ਸੰਗਤ ਦੀ ਕਮਜ਼ੋਰੀ ਹੈ। ਸੰਗਤ ਨੇ ਜਾਨਾਂ ਦਿੱਤੀਆਂ ਨੇ ਆਪਣੀਆਂ, ਸੰਗਤ ਨੇ ਪੈਸਾ ਦਿੱਤਾ, ਸੰਗਤ ਨੇ ਜ਼ਮੀਨਾਂ ਕੁਰ ਕਰਵਾਈਆਂ ਆਪਣੀਆਂ, ਸੰਗਤ ਨੇ ਸਫ਼ਰ ਕੀਤਾ। ਸੰਗਤ ਨਾਲ ਧੋਖਾ ਹੋ ਰਿਹਾ ਲਗਾਤਾਰ ਲੰਬੇ ਸਮੇਂ ਤੋਂ। ਜਿਹੜੇ ਗੁਰੂ ਦਾ ਸਿਧਾਂਤ ਪਹਿਰੇਦਾਰੀ ਕਰਨੀ ਸੀ, ਜਿਹਨੇ ਸਰਪ੍ਰਸਤੀ ਕਰਨੀ ਸੀ, ਉਹ ਅੱਜ ਨੌਕਰ ਬਣਿਆ ਹੋਇਆ। ਇਹ ਸੰਗਤ ਬਰਦਾਸ਼ਤ ਕਰ ਰਹੀ ਹੈ ਤੇ ਇਸ ਨਿਜ਼ਾਮ ਕਰਕੇ ਕਿ ਜਿਹੜੇ ਇਲੈਕਸ਼ਨ ਨਹੀਂ ਹੋਣ ਡਏ, ਇੱਥੇ ਸੰਗਤ ਕੀ ਕਰੇ? ਜਿਵੇਂ ਮੰਨ ਲਓ ਇਲੈਕਸ਼ਨ ਹੁੰਦੇ ਨੇ, ਹਾਂ, ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਸੀਂ ਬਾਦਲ ਪਰਿਵਾਰ ਨੂੰ ਹਰਾਉਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਤਾਰਿਆ ਜਾਵੇ, ਇਹ ਲੁੱਟ ਕੇ ਖਾ ਰਹੇ ਨੇ, ਤੁਸੀਂ ਵੀ ਕਹਿ ਰਹੇ ਹੋ ਇਹ ਗੱਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਕਹਿ ਰਿਹਾ, ਭਾਈ ਬਲਦੇਵ ਸਿੰਘ ਵਡਾਲਾ ਜੀ ਵੀ ਕਹਿ ਰਹੇ ਨੇ, ਹੋਰ तमाम ਜਿਹੜੀਆਂ ਜਥੇਬੰਦੀਆਂ ਨੇ, ਚਾਹੇ ਦਲ ਖਾਲਸਾ ਹੋਣ ਜਾਂ ਹੋਰ ਪੰਥਕ ਧਿਰਾਂ ਨੇ ਜਿਹੜੀਆਂ, ਉਹ ਵੀ ਇਹ ਗੱਲ ਕਹਿ ਰਹੀਆਂ ਨੇ। ਪਰ ਇਹਨਾਂ ਇਹ ਧਿਰਾਂ ਦੇ ਵਿੱਚ ਏਕਾ ਨਹੀਂ ਨਜ਼ਰ ਆਉਂਦਾ। ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਕੀ ਹੋਇਆ, ਵੰਡ ਕੇ ਤੁਸੀਂ ਸਾਰੀਆਂ ਨੇ ਜਥੇਬੰਦੀਆਂ ਨੇ ਕਿਹਾ ਕਿ ਬਾਦਲ ਪਰਿਵਾਰ ਲੁੱਟ ਕੇ ਖਾ ਰਿਹਾ, ਪਰ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਬੰਦਾ ਗਲਤ ਆ ਜਾਂ ਦੁਸ਼ਮਣ ਆ, ਤੁਸੀਂ ਉਹਨੂੰ ਹਰਾਉਣਾ ਹੈ, ਫਿਰ ਏਕਾ ਉੱਥੇ ਕਿਉਂ ਨਹੀਂ? ਪੰਥ ਦੇ ਵਿੱਚ ਤਾਂ ਏਕਾ ਉਪਜਦਾ ਨਾ, ਤਾਂ ਉੱਥੇ ਜਥੇਬੰਦੀਆਂ ਦੇ ਵਿੱਚ ਏਕਾ ਕਿਉਂ ਨਹੀਂ ਨਜ਼ਰ ਆਉਂਦਾ? ਦੇਖੋ, ਇੱਕ ਤੇ ਸਵਾਲ ਹੈ ਕਿ ਕੌਣ ਲੈ ਜਾਊਗਾ ਕਮੇਟੀ, ਕੌਣ ਲਿਜਾਊਗਾ? ਸਾਡੇ ਉਹਨਾਂ ਨੂੰ ਤਾਰ ਕੇ ਆਪ ਬਹਿਣ ਦੀ ਗੱਲ ਹੈ। ਸਾਡੇ ਚ ਏਕਤਾ ਨਹੀਂ ਤੇ ਬਾਦਲ ਲਿਜਾਊਗਾ, ਠੀਕ ਹੈ ਨਾ? ਪਰ ਇਲੈਕਸ਼ਨ ਕਿਉਂ ਨਹੀਂ ਹੋ ਰਹੇ? ਇਲੈਕਸ਼ਨ ਜੇ ਫਰਕ ਕਰ ਲਓ, ਸੰਗਤ ਚਾਹੁੰਦੀ ਹੈ ਕਿ ਬਾਦਲ ਹੀ ਲਿਜਾਵੇ ਤੇ 20 ਵਾਰੀ ਲਿਜਾਵੇ, ਅਸੀਂ ਵੈਲਕਮ ਕਰਾਂਗੇ। ਪਰ ਸੰਗਤ ਨੂੰ ਇਹ ਮੌਕਾ ਕਿਉਂ ਨਹੀਂ ਦੇ ਰਹੇ ਕਿ ਤੁਸੀਂ ਆਪਣੀ ਵੋਟ ਬਣਵਾਓ ਤੇ ਪੋਲ ਕਰੋ? ਇਹ ਮੌਕਾ ਕਿਉਂ ਨਹੀਂ ਦੇ ਰਹੇ? ਪਾਰਲੀਮੈਂਟ, ਵਿਧਾਨ ਸਭਾ ਦੇ ਇਲੈਕਸ਼ਨ ਨਹੀਂ ਕਦੀ ਲੇਟ ਹੋਏ, ਐਮਸੀ ਦੇ ਇਲੈਕਸ਼ਨ ਕਦੀ ਨਹੀਂ ਲੇਟ ਹੋਏ। ਇਹ ਸਾਡੀ ਸਿੱਖਾਂ ਦੀ ਪਾਰਲੀਮੈਂਟ ਉਹ ਆ ਜਿਹਨੂੰ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਉਹ ਹੋਇਆ, ਉਹ ਅੱਜ ਲੀਹ ਤੋਂ ਲੈ ਗਈ। ਰਹੀ ਗੱਲ ਤੁਹਾਡੀ ਜਿਹੜੀ ਏਕਤਾ ਦੀ, ਏਕਤਾ ਭਾਈ ਸਾਹਿਬ ਮੈਂ 40 ਸਾਲ ਤੋਂ ਦੇਖ ਰਿਹਾ। ਮੈਂ 5 ਸਾਲ ਤੋਂ ਆਪਣੀ ਇੱਕ ਨੌਜਵਾਨਾਂ ਨੂੰ ਲੈ ਕੇ, ਜਿਹੜੇ ਪੁਰਾਤਨ ਸਿੱਖ ਨੇ, ਜਿਨ੍ਹਾਂ ਦੇ ਪਰਿਵਾਰ ਪਿਛੋਕੜ ਕਾਲੀ, ਉਹਨਾਂ ਦੇ ਬੱਚਿਆਂ ਨੂੰ ਲੈ ਕੇ ਜਿਹੜੇ ਰਿਟਾਇਰ ਹੋਏ ਨੇ, ਅਸੀਂ ਇੱਕ ਪਾਰਟੀ ਬਣਾਈ ਜਿਹੜੀ ਨਰੋਲ ਕੌਮ ਦੀ ਧਰਮ ਦੀ ਸੇਵਾ ਕਰੂਗੀ। ਪੋਲੀਟੀਕਲ ਨਹੀਂ ਕੋਈ ਕਾਰਨ ਹੋਣਗੇ। ਅਸੀਂ ਸਿਰਫ ਤੇ ਸਿਰਫ ਧਰਮ ਦੀ ਸੇਵਾ ਕਰਾਂਗੇ ਪ੍ਰਬੰਧਕ ਕਮੇਟੀ ਦੀ ਰਾਹੀਂ। ਇਸੇ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਭਾਵੇਂ ਕਾਂਗਰਸ ਦੇ ਵਿੱਚ ਹੋ, ਅਕਾਲੀਆਂ 'ਚ ਹੋ, ਭਾਜਪਾ 'ਚ ਹੋ, ਬਸਪਾ 'ਚ ਹੋ, ਕਾਮਰੇਡ ਹੋ, ਕਿਸੇ ਵੀ ਪਾਰਟੀ 'ਚ ਹੋ, ਤੁਸੀਂ ਆਪਣੀ ਰਾਜਨੀਤੀ ਕਰ ਰਹੇ ਹੋ, ਪਰ ਤੁਹਾਡਾ ਧਰਮ ਜਿਹੜਾ ਹੈ ਉਹ ਗੁਰੂ ਨਾਨਕ ਨੂੰ ਮੱਥਾ ਟੇਕਦਾ। ਤੁਹਾਡਾ ਇਨਸਾਨੀ ਜੀਵਨ ਦਾ ਫਰਜ਼ ਜਿਹੜਾ ਗੁਰੂ ਨਾਨਕ ਦੇ ਦਰ ਤੇ ਝੁਕਦਾ, ਤੇ ਤੁਸੀਂ ਆਪਣੇ ਉਸ ਫਰਜ਼ ਨੂੰ ਨਿਭਾਉਂਦੇ ਹੋਏ ਆਪਣਾ ਧਰਮ ਜਿਹੜਾ ਉਹ ਬਚਾਉਣ ਲਈ ਸਾਡਾ ਸਹਿਯੋਗ ਕਰੋ। ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਰਾਜਨੀਤੀ ਨਹੀਂ ਕਰਾਂਗੇ, ਨਿਰੋਲ ਧਰਮ ਦੀ ਸੇਵਾ ਕਰਾਂਗੇ। ਅਸੀਂ ਇਹ ਲੈ ਕੇ 5 ਸਾਲ ਤੋਂ ਚੱਲੇ। ਨਹੀਂ ਤੇ ਇਸ ਤੋਂ ਪਹਿਲਾਂ 35 ਸਾਲ ਮੈਂ ਕਦੀ ਮਾਨ ਸਾਹਿਬ ਦੇ ਪਿੱਛੇ, ਕਦੀ ਸਰਨੇ ਦੇ ਪਿੱਛੇ, ਕਦੀ ਟੌੜਾ ਦੇ ਪਿੱਛੇ, ਅਸੀਂ ਪਿੱਛੇ ਲੱਗ ਕੇ ਸੇਵਾ ਕਰਦੇ ਰਹੇ। ਪਰ ਜਦੋਂ ਤੁਸੀਂ ਜਿਹੜੇ ਸਵਾਰਥ ਨੇ ਉਹ ਏਕਤਾ ਹੋਣ ਵਾਲੇ ਪਾਸੇ ਨਾ ਆਉਂਦੇ ਹੋਣ ਜਾਂ ਨਾ ਹੋਣ ਦੇਣ ਚਾਹੁਣ, ਜੇ ਕਈ ਬੰਦੇ, ਕਈ ਗਰੁੱਪ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਇਹ ਦੇਖਣਾ ਵੀ ਅਸੀਂ ਇਹ ਏਕਤਾ ਨਹੀਂ ਹੋਣ ਦੇਣੀ, ਕੁਛ ਵੀ ਕਰਨਾ ਪਵੇ, ਉਹਨਾਂ ਦੇ ਨਾਲ ਤੁਸੀਂ ਏਕਤਾ ਕਿਵੇਂ ਕਰ ਲਓਗੇ? ਗੁਰਸਿੱਖੀ ਦੇ ਵਿੱਚ ਤਿਆਗ ਆ, ਗੁਰਸਿੱਖੀ ਦੇ ਵਿੱਚ ਤਿਆਗ ਆ। ਪਰ ਅੱਜ ਜਿਹੜੀ ਸਾਡੀ ਗੁਰਸਿੱਖੀ ਸਾਨੂੰ ਦਿਸਣ ਡਈ, ਇਹਦੇ ਵਿੱਚ ਹੰਕਾਰ ਹੀ ਹੰਕਾਰ ਹੈ, ਹੰਕਾਰ ਹੀ ਹੰਕਾਰ ਹੈ। ਜਿਹਦੀ ਕੋਈ ਮਾਂ ਨੂੰ ਮਕਾਣੇ ਨਹੀਂ ਖੜਦਾ, ਉਹ ਕਹਿੰਦਾ ਮੈਂ ਹੀ ਮੈਂ ਆ, ਤੁਸੀਂ ਕੌਣ? ਤੁਸੀਂ ਤਾਂ ਕੱਲ ਜੰਮੇ ਹੋ ਜੇ, ਇੱਧਰ ਆਓ, ਮੇਰੇ ਥੱਲੇ ਆਓ। ਏਕਤਾ ਕਿੱਥੇ ਹੋ ਜਾਊਗੀ? ਅਜਿਹੀ ਲੀਡਰਸ਼ਿਪ ਫਿਰ ਕੌਮ ਨੂੰ ਕਿਹੜੇ ਰਾਹ ਤੇ ਲੈ ਕੇ ਜਾਊਗੀ? ਨਹੀਂ, ਕੌਮ ਰਾਹ ਤੇ ਲਿਆਊਗੀ। ਕੌਮ ਰਾਹ ਤੇ ਲੈ ਕੇ ਆਊਗੀ। ਕੌਮ ਰਾਹ ਤੇ ਲੈ ਕੇ ਆਊ। ਕੌਮ ਨੇ ਇਹ ਛਾਣਨਾ ਲਾ ਕੇ ਛਾਣ ਲਏ ਸਾਰੇ। ਤੁਸੀਂ ਦੇਖ ਲਿਆ ਕਿ ਨਹੀਂ, ਕਿਤੇ ਕੁਛ ਹੋਇਆ, ਕਿਤੇ ਕੁਛ ਹੋਇਆ, ਸਿੱਖਾਂ ਨੇ ਸਾਥ ਦਿੱਤਾ, ਲੀਡਰ ਨਹੀਂ ਦਿੱਤਾ। ਸਿੱਖਾਂ ਨੇ ਲੀਡਰ ਪਛਾਣ ਲਏ, ਲੀਡਰਾਂ ਨੂੰ ਪਛਾਣ ਚੁੱਕੀ ਸੰਗਤ ਨੂੰ ਮੌਕਾ ਮਿਲਣਾ ਚਾਹੀਦਾ, ਉਹ ਆਪਣੀ ਵੋਟ ਦਾ ਅਧਿਕਾਰ ਕਰੇ, ਵੋਟ ਪਾਵੇ, ਉਹ ਆਪਣੇ ਲੀਡਰ ਨੂੰ ਆਪ ਚੁਣੇ। ਇਹ ਸਿੱਖ ਨੂੰ ਅਧਿਕਾਰ ਜਦੋਂ ਮਿਲ ਗਿਆ, ਉਦੋਂ ਤੁਹਾਨੂੰ ਪਤਾ ਲੱਗੂਗਾ। ਤੁਸੀਂ ਪੰਜਾਬ ਦੇ ਵਿੱਚ ਰਹਿ ਰਹੇ ਹੋ, ਪੰਜਾਬ ਦੇ ਵਿੱਚ ਦੇਖੋ, ਕੇਜਰੀਵਾਲ ਨਾ ਇੱਥੋਂ ਦਾ ਜੰਮਿਆ, ਨਾ ਇੱਥੋਂ ਦੀ ਜਾਤ, ਨਾ ਇੱਥੋਂ ਦੀ ਗੋਤ, ਨਾ ਕਿਸੇ ਦੀ ਉਹਨੇ ਸੇਵਾ ਕੀਤੀ। ਪਹਿਲਾਂ 22 ਸੀਟਾਂ ਪਹਿਲਾਂ ਲੈ ਗਿਆ, ਹੁਣ 92 ਲੈ ਗਿਆ। 92 ਸੀਟਾਂ ਅਕਾਲੀ ਦਲ ਜਿੱਤਿਆ ਕਦੀ? ਕਿਉਂ ਲੈ ਗਿਆ? ਤੇ ਜੇ ਉਹਨੂੰ ਵੀ ਤੁਸੀਂ ਸਲਾਹ ਦਿੰਦੇ ਜੀ ਅਕਾਲੀ ਦਲ ਨੂੰ ਨਾਲ ਲਓ, ਵੱਡੇ ਮਗਰਮੱਛ ਨੇ, ਕਾਂਗਰਸ ਨੂੰ ਨਾਲ ਲਓ, ਭਾਜਪਾ ਨੂੰ ਨਾਲ ਲਓ, ਫਿਰ ਤੁਸੀਂ ਇੱਥੇ ਕਾਮਯਾਬ ਹੋ ਜਾਂਦਾ। ਉਹ ਲੋਕ ਕਰਾਉਂਦੇ ਨੇ ਏਕਤਾ। ਲੋਕਾਂ ਨੂੰ ਬਾਦਲ ਨੇ ਕਦੀ ਵੀ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ, ਜਿਹੜਾ ਪ੍ਰਬੰਧਕ ਕਮੇਟੀ ਦਾ ਖਾਸ ਕਰਕੇ, ਜਿਹਦੇ ਵਿੱਚ ਪਿੰਡ ਦੇ ਸਰਪੰਚ ਨੇ ਐਸਡੀਐਮ ਦੇ ਨਾਲ ਮਿਲ ਕੇ ਵੋਟਾਂ ਇਹ ਕੱਟ ਦਿਓ, ਇਹ ਬਣਾ ਦਿਓ।
ਪਿੰਡਾਂ 'ਚ ਵੋਟ ਨਹੀਂ ਬਣਦੇ। ਤਾਂ ਇੱਕ ਤੇ ਹੋ ਸਕਦਾ ਹੈ ਕਿ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੋਣੀ ਹੋਵੇ ਤਾਂ 50 ਲੱਖ ਵੋਟ ਬਣੇ। ਅਸੀਂ ਲੋਕ ਸਭਾ ਲਈ ਵੋਟ ਪੋਲ ਕਰਦੇ ਹਾਂ, ਵਿਧਾਨ ਸਭਾ ਲਈ ਕਰਦੇ ਹਾਂ, ਸਾਡੀ ਕਰੋੜ ਵੋਟ ਹੈ, ਉਹ ਤੋਂ ਵੱਧ ਜਾਂਦੀ ਹੈ। ਪਰ ਜਦੋਂ ਅਸੀਂ ਇੱਥੇ ਆਉਂਦੇ ਪ੍ਰਬੰਧਕ ਕਮੇਟੀ ਤੇ 23 ਲੱਖ ਵੋਟਾਂ ਨਾਲ ਪ੍ਰਬੰਧਕ ਕਮੇਟੀ ਚੁਣੀ ਜਾਂਦੀ ਹੈ। ਕਿਉਂ? ਜਦੋਂ ਕਿ ਸਿੱਖਾਂ ਦੀ ਆਬਾਦੀ ਤਾਂ ਕਰੋੜਾਂ ਹੈ। ਹਾਂ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਹਿਜਧਾਰੀ ਸਿੱਖ ਨੇ ਵੋਟ ਦਾ ਅਧਿਕਾਰ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਾਂ ਨਹੀਂ? ਨਹੀਂ, ਇਹਨਾਂ ਨੂੰ ਨਹੀਂ ਮਿਲਣਾ ਚਾਹੀਦਾ, ਕਿਉਂਕਿ ਇਹਦੇ ਇਸ ਅਧਿਕਾਰ ਦੇ ਬਹਾਨੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਸਾਡਾ ਤਵਾਜ਼ਨ ਵਿਗਾੜ ਸਕਦੀਆਂ ਪ੍ਰਬੰਧਕ ਕਮੇਟੀ 'ਚ। ਜਦੋਂ ਇਹਨਾਂ ਨੂੰ ਅਧਿਕਾਰ ਤੁਸੀਂ ਦੇ ਦਿੰਦੇ ਹੋ ਤੇ ਅਸੀਂ ਕਿਸੇ ਵੀ ਹਿੰਦੂ ਵੀਰ ਨੂੰ ਨਹੀਂ ਮਨਾ ਕਰ ਸਕਦੇ ਵੀ ਤੂੰ ਵੋਟ ਨਾ ਪਾ। ਫਿਰ ਤੇ ਇੱਥੇ HKL ਭਗਤ ਜਾਂ ਮਦਨ ਲਾਲ ਖੁਰਾਨਾ ਵਰਗੇ ਪ੍ਰਧਾਨ ਬਣ ਸਕਦੇ, ਸਿੱਖ ਨਹੀਂ ਬਣ ਸਕਦਾ। ਤੋ ਇਸ ਕਰਕੇ ਸਾਨੂੰ ਸਹਿਜਧਾਰੀ ਦੀ ਸ਼ਰਧਾ ਤੇ ਸ਼ੱਕ ਨਹੀਂ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਨਜਾਇਜ਼ ਫਾਇਦਾ ਜਿਹੜਾ ਰੋਕਣਾ ਹੈ, ਕਿਉਂਕਿ ਅਸੀਂ ਤੇ ਆਟੇ 'ਚ ਲੂਣ ਆ, ਸਾਡੀ ਤੇ ਆਬਾਦੀ ਬਹੁਤ ਥੋੜ੍ਹੀ ਹੈ। ਪਰ ਜੇ ਤੇ ਅਸੀਂ ਦੇਤਾ ਉਹਨਾਂ ਨੂੰ, ਰਾਮ ਲਾਲ ਨੂੰ, ਮਨੋਹਰ ਲਾਲ ਨੂੰ, ਸ਼ਾਮ ਲਾਲ ਨੂੰ ਵੋਟ ਦਾ ਅਧਿਕਾਰ ਦੇਤਾ, ਫਿਰ ਤੇ ਸਾਡੇ ਸਿੱਖਾਂ ਦੀ ਗਿਣਤੀ ਘਟ ਜਾਣੀ ਤੇ ਇਹਨਾਂ ਦੀ ਵੱਧ ਜਾਣੀ। ਉਹ 'ਚ ਫਿਰ ਸਾਡੀ ਪ੍ਰਬੰਧਕ ਕਮੇਟੀ ਦਾ ਤਵਾਜ਼ਨ ਵਿਗੜ ਜਾਂਦਾ ਹੈ। ਮੈਂ ਤੁਹਾਡਾ ਇੱਕ ਨਿੱਜੀ ਵਿਚਾਰ ਜਾਣਨਾ ਚਾਹੁੰਦਾ ਕਿ ਜਿਵੇਂ ਈਸਾਈਆਂ ਦੇ ਵਿੱਚ ਹੈ, ਉਹਨਾਂ ਦੇ ਵਿੱਚ ਸਿਲੈਕਸ਼ਨ ਹੈ, ਉਹਨਾਂ ਦੇ ਵਿੱਚ ਇਲੈਕਸ਼ਨ ਨਹੀਂ ਹੈਗੀ। ਇਸਲਾਮ ਧਰਮ ਦੇ ਵਿੱਚ ਵੀ ਸਿਲੈਕਸ਼ਨ ਹੈ, ਇਲੈਕਸ਼ਨ ਨਹੀਂ ਹੈਗੀ। ਹਿੰਦੂਇਜ਼ਮ ਦੇ ਜਿੰਨੇ ਵੀ ਮੰਦਿਰ ਦੇਖਦੇ ਆ ਉਹਨਾਂ ਦਾ ਆਪਣਾ ਪ੍ਰਬੰਧ, ਆਪਣਾ ਢਾਂਚਾ, ਉਹ ਆਪਣੇ ਹਿਸਾਬ ਨਾਲ ਆਪਣਾ ਪ੍ਰਧਾਨ ਹੈ ਜਿਹੜਾ ਉਹ ਚੁਣਦੇ ਨੇ। ਜਿਹੜੇ ਮੰਦਿਰ ਨੇ ਵੱਖਰੇ ਉਹਨਾਂ ਦੇ ਵੱਖਰਾ ਪ੍ਰਬੰਧ ਹੋਵੇ। ਸਿੱਖਾਂ ਦੇ ਵਿੱਚ ਇਲੈਕਸ਼ਨ ਹੈ ਤੇ ਸਿੱਖਾਂ ਦੀ ਜਿਹੜੀ ਇਲੈਕਸ਼ਨ ਹੈ ਉਹ ਭਾਰਤੀ ਸਿਸਟਮ ਦੇ ਥੱਲੇ ਆ ਗਈ ਹੈ। ਹੁਣ तमाम ਸਿੱਖ ਜਥੇਬੰਦੀਆਂ ਭਾਰਤੀ ਸਿਸਟਮ ਨੂੰ ਬਲੇਮ ਵੀ ਕਰ ਰਹੀਆਂ ਨੇ। ਹੁਣ ਭਾਰਤੀ ਸਿਸਟਮ ਦਾ ਜਿਵੇਂ ਪਹਿਲਾਂ ਕਿਹਾ ਕਿ ਚਾਹੇ 20 ਸਾਲ ਵੋਟਾਂ ਨਾ ਕਰਾਉਣ, ਤੁਹਾਨੂੰ ਨਹੀਂ ਲੱਗਦਾ ਕਿ ਇਲੈਕਸ਼ਨ ਤੋਂ ਹਟ ਕੇ ਕਈ ਸਿਲੈਕਸ਼ਨ ਦਾ ਪ੍ਰੋਸੀਜਰ ਵੀ ਚੁਣ ਲੈਣਾ ਚਾਹੀਦਾ ਹੈ, ਜਿਵੇਂ ਸਰਬੱਤ ਖਾਲਸਾ ਹੋਇਆ? ਦੇਖੋ, ਮੈਂ ਤੁਹਾਨੂੰ ਨਾ ਸ਼ੁਰੂ 'ਚ ਇਹ ਕਿਹਾ ਕਿ ਸਾਡੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਕਰਕੇ ਅੱਜ ਅਸੀਂ ਮਾਰ ਖਾ ਰਹੇ ਹਾਂ। ਇੱਕ ਤਾਂ ਜਿਹੜਾ ਪਾਰਲੀਮੈਂਟ ਦੇ ਵਿੱਚ ਐਕਟ ਬਣਿਆ, ਉਹ ਬਣਿਆ ਸੀ ਸੇਵਾ ਸੰਭਾਲ ਲਈ। ਗੁਰਦੁਆਰੇ ਦੇ ਵਿੱਚ ਸੋਨਾ ਆਇਆ, ਕੋਈ ਜ਼ਮੀਨ ਆਈ ਆ ਤੇ ਉਹਦੀ ਸੇਵਾ ਕਰਨੀ ਹੈ, ਉਹਨੂੰ ਸੰਭਾਲ ਕਰਨੀ ਹੈ। ਪੈਸਾ ਆਇਆ ਤੇ ਉਹਨੂੰ ਬੱਚਿਆਂ ਦੀ ਐਜੂਕੇਸ਼ਨ ਤੇ ਲਾਉਣਾ। ਪਰ ਇਸ ਸਿਸਟਮ ਨੂੰ ਜਦੋਂ ਉਪ ਨਿਯਮ ਬਣਾਏ ਤੇ ਸਾਡੇ ਅਕਾਲੀਆਂ ਨੇ ਸਭ ਤੋਂ ਪਹਿਲਾਂ ਤੇ ਬਾਬਾ ਬੁੱਢਾ ਦੀ ਪਦਵੀ ਜਿਹੜੀ ਪਦਵੀ ਸੀ, ਜਿਹੜਾ ਸਿਧਾਂਤ ਸੀ, ਉਹਨੂੰ ਨੌਕਰ ਬਣਾਇਆ। ਜਦੋਂ ਉਹਨੂੰ ਨੌਕਰ ਬਣਾ ਲਿਆ, ਬਾਬਾ ਬੁੱਢਾ ਜੀ 98 ਸਾਲ ਦੇ ਭਰਤੀ ਹੁੰਦੇ ਨੇ, ਕਰਦੇ ਨੇ ਗੁਰੂ ਅਰਜਨ ਦੇਵ ਜੀ, ਸਥਾਪਿਤ ਕਰਦੇ ਨੇ, ਨੀਅਤ ਕਰਦੇ ਨੇ। ਅੱਜ 58 ਸਾਲ ਦਾ ਰਿਟਾਇਰ ਹੋ ਰਿਹਾ ਹੈ। ਕੌਣ ਕਰ ਰਿਹਾ? ਇਹ ਪਾਰਲੀਮੈਂਟ ਨੇ ਨਹੀਂ ਕੀਤਾ, ਇਹ ਸਾਡੇ ਆਪਣੇ ਲੀਡਰਾਂ ਨੇ ਉਪ ਨਿਯਮ ਬਣਾ ਕੇ ਕੀਤਾ। ਪੰਜ ਪਿਆਰੇ ਦਸਮ ਪਾਤਸ਼ਾਹ ਨੇ ਪਰਖ ਕਰਕੇ ਲਏ। 80,000 ਦਾ ਇਕੱਠ ਹੈ, ਉਹ ਚੋਂ 5 ਚੁਣੇ ਤੇ ਉਹ ਚੋਣ ਜਿਹੜਾ ਸਿਲੈਕਸ਼ਨ ਦਾ ਤਰੀਕਾ ਕੀ ਸੀ ਉਹ ਤੁਸੀਂ ਹਿਸਟੋਰੀਕਲ ਹੈ, ਤੁਸੀਂ ਦੇਖ ਸਕਦੇ ਹੋ। ਉਹਦੇ ਵਿੱਚ ਨਹੀਂ ਕਿਨੇ ਕਿਹਾ ਜੀ ਮੈਂ ਆ ਜੀ, ਮੈਂ ਆ ਜੀ, ਉਹਦੇ ਵਿੱਚ ਇੱਕ ਕਰਕੇ ਆਇਆ। ਗੁਰੂ ਸਾਹਿਬ ਨੇ ਕਿਹਾ ਕੋ ਸਿੱਖ ਹੋਏ ਦੀਜੇ ਸੀਸ ਮੋਹੇ, ਅਬ ਹੀ ਫਰਮਾਇਓ, ਦੋਏ ਕਰ ਜੋੜ ਉਠਿਓ ਇੱਕ ਸੇਵਕ ਬਿਨਤੀ ਕਰੇ ਹਰਖ ਮਨਾਇਓ, ਦੀਨ ਦਿਆਲ ਕਿਰਪਾ ਕੇ ਸਾਗਰ ਮਮ ਸਿਰ ਕੋ ਨਿਜ ਲੇਖੇ ਪਾਇਓ। ਗੁਰੂ ਸਾਹਿਬ ਇੱਕ ਨੂੰ ਹੀ ਤੰਬੂ 'ਚ ਲੈ ਕੇ ਗਏ, ਭੀੜ ਨਹੀਂ ਆਈ। ਸੱਚ ਭੀੜਾਂ ਦੇ ਪਿੱਛੇ ਨਹੀਂ ਆਉਂਦਾ ਹੁੰਦਾ ਨਾ, ਸੱਚ ਭੀੜਾਂ 'ਚੋਂ ਸੱਚ ਨਿਕਲਦਾ। ਜਦੋਂ ਦੂਸਰੀ ਆਵਾਜ਼ ਮਾਰੀ ਫੇਰ ਇੱਕ ਉੱਠਿਆ। 5 ਜਦੋਂ ਉੱਠੇ ਤੇ ਉਦੋਂ ਗੁਰੂ ਸਾਹਿਬ ਕੀਤੀ ਬਾਰ ਭਈ ਸਤਗੁਰ ਪੁਨ ਤੰਬੂ ਤੇ ਬਾਹਰ ਨਾ ਆਇਓ, तो खुसर मुसर सिखन में हुई है, पांचों को गुरमार मकायो। खुसर मुसर होने लगे, गुरु साहब ने पंजा नूं मारता। वे धीरे धीरे निकसन लग गए, जे सिख काचा नाम तरायो, भजन लग पे किते गुरु साहब आपे ना बांह फड़ के लै जाण। पर भाई जैता जी ने लिखा कि किश पूरे प्रेमी पद पंकज बैठ रहे हो न बारी आयो। कुछ हाली भी सीगे जिहड़े कहंदे सी भी वारी नहीं आई, साडी 6ਵੀਂ आवाज़ नहीं बजी। तो धर्म इन्हां ते खड़ा है जिहड़े गिनती दे ने, कोटन में को नानक जग में उत्तम काढिए, हैन विरले ना ही कणे। को धर्म इन्हां ते खड़ा ना कि भीड़ां ते खड़ा। तो भीड़ां ने कदी भी ये जस्टिस नहीं सानू दिता, ये सिलैक्शन ही देंदी है। पर सिलैक्शन दा गल घुट्टण वाली साडी अपनी लीडरशिप है। पार्लीमेंट दे विधान संविधान दे विच लिखिआ कि किसी भी मजहब दा गुरु या पैगंबर या पीर या ऋषि मुनि जो ने सिद्धांत बनाया ਉਹਦੇ ਵਿੱਚ ਇਹ ਸਾਡੀ ਪਾਰਲੀਮੈਂਟ ਦਾ ਸੰਵਿਧਾਨ ਦਖਲਅੰਦਾਜ਼ੀ ਨਹੀਂ ਕਰੂਗਾ। ਇਹ ਅੰਗਰੇਜ਼ਾਂ ਦੇ ਸਮੇਂ ਦਾ ਲਿਖਿਆ। ਜੇ ਕਰੂਗਾ ਇਹਦਾ ਮਤਲਬ ਹੋਊਗਾ ਸੰਵਿਧਾਨ ਦਾ ਆਪਣਾ ਅਪਮਾਨ ਹੋ ਰਿਹਾ।
ਫਿਰ ਇਹ ਕਿਉਂ ਇਸ ਤਰ੍ਹਾਂ ਕਰਨ? ਅਕਾਲੀਆਂ ਨੇ ਸਿਰਫ ਇਸ ਕਰਕੇ ਕੀਤਾ ਕਿ ਲੀਡਰਸ਼ਿਪ ਸਾਡੀ ਰਹੇ, ਅਕਾਲ ਤਖਤ ਦੀ ਨਾ ਰਹੇ, ਸਰਪ੍ਰਸਤੀ ਸਾਡੀ ਰਹੇ, ਪੰਜ ਪਿਆਰਿਆਂ ਦੀ ਨਾ ਰਹੇ। ਪੰਜ ਪਿਆਰੇ ਸਾਡੇ ਹੁਕਮ 'ਚ ਹੋਣ। ਅਸੀਂ ਕਹੀਏ ਰਾਮ ਰਹੀਮ ਨੂੰ ਮਾਫ ਕਰ ਦਿਓ, ਕਰ ਦੇਣ। ਅਸੀਂ ਕਹੀਏ ਛੱਡ ਦਿਓ, ਛੱਡ ਦੇਣ। ਅਸੀਂ ਕਹੀਏ ਠੋਕ ਦਿਓ, ਠੋਕ ਦੇਣ। ਅਸੀਂ ਕਹੀਏ ਸੁੱਚੇ ਲੰਗਾਹ ਨੂੰ ਸੁੱਚਾ ਕਰ ਦਿਓ, ਕਰ ਦੇਣ। ਅਸੀਂ ਕਹੀਏ ਫਕਰੇ ਕੌਮ ਦਾ ਖਿਤਾਬ ਦਿਓ ਸਾਨੂੰ ਤੇ ਦੇ ਦੇਣ। ਇਸ ਕਰਕੇ ਅਕਾਲ ਤਖਤ ਨੂੰ ਜੂੜ ਪਾ ਕੇ ਰੱਖਿਆ ਹੋਇਆ। ਇਹ ਜੂੜ ਸਭ ਤੋਂ ਪਹਿਲਾਂ ਜਿਹੜੇ ਵਿਧੀ ਨਾਲੇ ਸਾਡਾ ਨੁਕਸਾਨ ਹੈ ਉਸੇ ਵਿਧੀ ਨਾਲ ਹੀ ਹਟਣਾ। ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੋਣ। ਇਲੈਕਸ਼ਨ ਦੇ ਵਿੱਚ ਸਿੱਖ ਜਿਹੜੇ ਨੇ ਜੇ ਇੰਨਾ ਪ੍ਰਚਾਰ ਕਰਕੇ ਇੰਨਾ ਕੁਛ ਰੌਲਾ ਪਾ ਕੇ 22 ਸਾਲ ਤੇ ਮੈਨੂੰ ਹੋ ਗਏ ਬਾਦਲ ਦੇ ਖਿਲਾਫ ਬੋਲਦੇ ਨੂੰ, ਵੀ ਜੇ ਫਿਰ ਵੀ ਨਹੀਂ ਸਮਝੇ ਤਾਂ ਫਿਰ ਪ੍ਰਮਾਤਮਾ ਇਹਨਾਂ ਦਾ ਭਲਾ ਕਰੇ। ਅਸੀਂ ਤਾਂ ਫਿਰ ਮਾਫੀ ਮੰਗਾਂਗੇ। ਜੇ ਫਿਰ ਵੀ ਵੋਟਾਂ ਪਾਉਂਦੇ ਨੇ ਬਾਦਲ ਨੂੰ ਤੇ ਪਾ ਦੇਣ। ਅਜੋਕੇ ਦੌਰ 'ਚ ਕਿਵੇਂ ਹੋ ਰਿਹਾ ਕਿ ਇੱਕ ਤਾਂ ਭਰੋਸੇਯੋਗਤਾ ਖਤਮ ਹੋ ਰਹੀ ਹੈ। ਜਿਹੜਾ ਸਿੱਖਾਂ ਦਾ ਸਭ ਤੋਂ ਮੁਕੱਦਸ ਸਥਾਨ ਹੈ ਉਸ ਸਥਾਨ ਦੇ ਪ੍ਰਤੀ ਵੀ ਸਿੱਖਾਂ ਦੀ ਜਿਹੜੀ ਸ਼ਰਧਾ ਉਹ ਖਤਮ ਕੀਤੀ ਜਾ ਰਹੀ ਹੈ ਕਿ ਉਸ ਸਥਾਨ ਦੇ ਉੱਤੇ ਮੰਨ ਲਓ ਜਿਵੇਂ ਪਟਨਾ ਸਾਹਿਬ 'ਚ ਹੋਇਆ, ਪਹਿਲਾਂ ਜਥੇਦਾਰ ਲਗਾ ਦਿੱਤਾ ਜਾਂਦਾ ਹੈ, ਬਾਅਦ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਤਲਬ ਕੀਤਾ ਜਾਂਦਾ। ਅਜਿਹੇ ਵਿਅਕਤੀਆਂ ਨੂੰ ਪਹਿਲਾਂ ਜਥੇਦਾਰ ਲਗਾਇਆ ਹੀ ਕਿਉਂ ਜਾਂਦਾ? ਜਿਵੇਂ ਕਿਸੇ ਨੂੰ ਜਥੇਦਾਰ ਲਗਾਇਆ ਬਾਅਦ ਚੋਂ ਉਹਨਾਂ ਨੂੰ ਜਿਵੇਂ ਸੀਗੇ ਕਿ ਰਿਟਾਇਰ ਕਰਤਾ। ਤਾਂ ਪੁਰਾਣੇ ਸਮੇਂ ਤਾਂ ਇਹ ਹੁੰਦਾ ਤਾਂ ਕਿ ਜਿਹੜੇ ਸਿੱਖ ਤੇ ਉਹ ਸਵਾਸਾਂ ਦੀ ਜਿਹੜੀ ਪੂੰਜੀ ਸੀ ਉਹਨਾਂ ਦੇ ਖਤਮ ਹੋਣ ਤੱਕ ਜਿਹੜੀ ਆਪਣੀਆਂ ਸੇਵਾਵਾਂ ਨਿਭਾਉਂਦੇ ਸੀ। ਪਰ ਅੱਜ ਦੇ ਟਾਈਮ 'ਚ ਤਾਂ ਅਸੀਂ ਆਪਣੇ ਜਥੇਦਾਰਾਂ ਨੂੰ ਵੀ ਇਹ ਦੇਖ ਰਹੇ ਹਾਂ ਕਿ ਉਹਨਾਂ ਤੋਂ ਵੀ ਏਡੇ ਜਿਹੜੇ ਭੁੱਲਾਂ ਨੇ ਹੋ ਰਹੀਆਂ। ਮੈਂ 2 ਦਿਨ ਪਹਿਲਾਂ ਦੱਖਣ ਗਿਆ, ਨਾਨਕ ਝੀਰਾ ਗੁਰਦੁਆਰਾ ਸਾਹਿਬ ਗਿਆ ਜੀ, ਤੇ ਉੱਥੋਂ ਦੇ ਗ੍ਰੰਥੀ ਸਾਹਿਬ ਸੀਗੇ ਜਿਹੜੇ, ਉਹਨਾਂ ਦੀ ਦਾੜੀ ਚਿੱਟੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਕਾਲੀ ਦਾੜੀ 'ਚ ਦੇਖਿਆ 99 'ਚ ਜੀ ਇੱਥੇ ਹੀ। ਕਹਿੰਦੇ ਹਾਂ ਜੀ ਪਹਿਲਾਂ ਮੇਰੇ ਪਿਤਾ ਜੀ ਹੁੰਦੇ ਸੀ, ਹੁਣ ਮੈਂ। ਉਹ ਨਹੀਂ ਰਿਟਾਇਰ ਹੁੰਦੇ। ਇਹ ਸਾਡੇ ਬੇੜਾ ਗਰਕ ਹੋਇਆ। ਇਹ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਹੈ ਪਹਿਲਾਂ ਬਾਦਲ ਦੀ ਸੀ, ਹਿੱਤ ਮਰ ਗਿਆ। ਉਹ ਜਿਹੜਾ ਗੌਰੇ ਮਸਕੀਨ ਆਪਣੇ ਆਪ ਨੂੰ ਖਾਉਂਦਾ ਉਹਦਾ ਬੇੜਾ ਗਰਕ ਗਿਆ। ਉਹਨੇ ਹੇਰਾ ਫੇਰੀਆਂ ਕੀਤੀਆਂ, ਉਹਨੂੰ ਕੱਢ ਦਿੱਤਾ। ਕਮੇਟੀ ਬਾਦਲ ਦੀ ਟੁੱਟ ਗਈ, ਨਵਾਂ ਜਥੇਦਾਰ ਆ ਗਿਆ, ਦੂਸਰੀ ਕਮੇਟੀ ਨੇ ਬਣਾਇਆ ਤੇ ਉਹਨੂੰ ਜਥੇਦਾਰ ਨੂੰ ਹੁਕਮ ਹੋ ਗਿਆ ਵੀ ਤੂੰ ਇਹਨਾਂ ਨੂੰ ਤਲਬ ਕਰ ਲਾ। ਉਹਨੇ ਕਰ ਲਿਆ। ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ, ਅਕਾਲ ਤਖਤ ਆਪਣੇ ਸਵਾਰਥ ਲਈ, ਆਪਣੇ ਮਿਸਯੂਜ਼ ਲਈ ਰੱਖਿਆ ਬਾਦਲ ਨੇ। ਉਹਦੇ ਲਈ ਬਰਾਬਰ ਦੀ ਜ਼ਿੰਮੇਵਾਰ ਸਾਡੀ ਸੈਂਟਰ ਸਰਕਾਰ ਹੈ, ਜਿਹੜੀ ਸਾਡੀ ਸਿੱਖਾਂ ਦਾ ਜਿਹੜਾ ਗਲਾ ਦਬਾ ਕੇ ਸਾਹ ਘੁੱਟ ਕੇ ਰੱਖਿਆ, ਜਿਹਨੇ ਇਹ ਇਲੈਕਸ਼ਨ ਨਹੀਂ ਹੋਣ ਦੇਣ ਦੀ। ਮੈਂ ਬਾਰ-ਬਾਰ ਮੈਂ 24 ਤਰੀਕ ਨੂੰ ਇੱਥੇ ਸੈਂਟਰ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਕਿਹਾ ਵੀ ਤੁਹਾਡਾ ਕੀ ਸਵਾਰਥ ਹੈ ਇਹਦੇ ਵਿੱਚ ਵੀ ਸਿੱਖਾਂ ਨੂੰ ਤੁਸੀਂ ਆਪਣੀ ਮਰਜ਼ੀ ਅਨੁਸਾਰ ਚੇਂਜ ਕਿਉਂ ਨਹੀਂ ਲਿਆਉਣ ਦਿੰਦੇ? ਤੁਸੀਂ ਜ਼ੋਰ ਲਓ ਆਪਣਾ, ਵੋਟਾਂ ਨੂੰ ਪ੍ਰਭਾਵਿਤ ਕਰੋ, ਜਿਹਨੂੰ ਤੁਸੀਂ ਸਪੋਰਟ ਕਰਨੀ ਕਰੋ। ਉਹ ਜਿਹੜਾ ਚੇਂਜ ਹੁਣ ਤੁਸੀਂ ਗੱਲ ਕਰ ਰਹੇ ਹੋ, ਉਹ ਚੇਂਜ ਸਿਰਫ ਹੁਣ ਪੰਜਾਬ ਦਾ ਰਹਿ ਗਿਆ। ਹੁਣ ਤਾਂ ਇਹ ਚਾਹੀਦਾ ਸੀ ਕਿ ਸਿੱਖਾਂ ਦੀ ਪਾਰਲੀਮੈਂਟ ਹੈ ਉਹ ਪੂਰੀ ਦੁਨੀਆ ਦੇ ਉੱਤੇ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰੇ। ਸਾਰੀ ਦੁਨੀਆ ਦੇ ਜਿਹੜੇ ਤਮਾਮ ਜੇ ਇਹ ਸੰਭਵ ਹੋ ਜਾਵੇ, ਮੈਂ ਸਾਰੀ ਦੁਨੀਆ ਦੇ ਤਮਾਮ ਗੁਰੂ ਘਰ ਉਸ ਜਿਹੜੀ ਰਿਫਾਰਮ ਕਰਨ, ਜਿਹੜੀ ਭਾਈ ਸਾਹਿਬ ਸਾਡੀ ਪਾਤਸ਼ਾਹੀ ਆ ਮੇਰੀ ਤੇ ਪੀਰੀ, ਅਕਾਲ ਪੁਰਖ ਸੱਚਾ ਵਾਹਿਗੁਰੂ ਮੀਰ ਤੇ ਪੀਰ ਉਹ ਪੈਗੰਬਰ ਜਿਹਨੇ ਉਹਦਾ ਪੈਗਾਮ ਅੱਗੇ ਦੇਣਾ, ਜਿਹਨੇ ਦਰਗਾਹ ਦੀ ਬਾਣੀ ਦੀ ਰਾਹੀਂ ਅੱਗੇ ਸਾਨੂੰ ਪੈਗਾਮ ਦਿੱਤਾ। ਪੰਥ ਤੇ ਗ੍ਰੰਥ ਦਾ ਸਿਧਾਂਤ ਸ਼ੋਭਤ ਆ ਤਖਤ ਤੇ। ਮੀਰ ਪੀਰ ਦਾ ਤਖਤ ਜਿਹੜਾ ਇਹ ਮੁਕੰਮਲ ਪਾਤਸ਼ਾਹੀ ਆ ਜਿਹੜੀ ਆਲ ਓਵਰ ਵਰਲਡ ਦੇ ਵਿੱਚ ਸਿੱਖਾਂ ਤੇ ਵਸਦੇ ਸਿੱਖਾਂ ਤੇ ਆਪਣਾ ਰਾਜ ਤੇ ਹੁਕਮ ਚਲਾਉਂਦੀ, ਸਾਦਰ ਕਰਦੀ ਹੈ। ਔਰ ਇਹੀ ਪਾਤਸ਼ਾਹੀ ਆ ਜਿਹਦਾ ਹੁਕਮ ਸਿਰ ਮੱਥੇ ਤੇ ਸਿੱਖ ਮੰਨਦਾ। ਹੋਰ ਕੋਈ ਬਾਦਲ ਸ਼ਾਦਲ ਦੇ ਹੁਕਮ ਜਿਹੜੇ ਨੇ ਇਹ ਤੇ ਸ਼ੰਭੂ ਬੈਰੀਅਰ ਤੋਂ ਬਾਹਰ ਨਹੀਂ ਜਾਂਦੇ। ਤੁਸੀਂ ਦੇਖੋ ਸਾਡੇ ਕੋਲ ਸੇਵਾ ਆਈ, ਅਸੀਂ 23-24 ਸਾਲ ਪਹਿਲਾਂ ਇਹ ਗੁਰਮਤਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਮੈਰਿਜ ਪੈਲਸ ਨਹੀਂ ਜਾਊਗਾ। ਸਾਨੂੰ 2 ਸਾਲਾਂ ਬਾਅਦ 1.5 ਸਾਲ ਦੇ ਵਿੱਚ ਕੱਢ ਕੇ ਪਾਸੇ ਮਾਰਿਆ, ਲੇਕਿਨ ਉਹ ਅੱਜ ਜਾ ਰਿਹਾ ਕਿਤੇ। ਤੁਸੀਂ ਦੇਖਿਆ ਮੈਰਿਜ ਪੈਲਸ ਵਿੱਚ ਗੁਰੂ ਗ੍ਰੰਥ ਸਾਹਿਬ ਗਏ? ਹੁਣ ਨਹੀਂ ਜਾ ਰਹੇ। ਸੰਗਤ ਸਿਰ ਤੇ ਰੱਖ ਕੇ ਮੰਨਦੀ ਹੈ। ਉਸ ਪਾਤਸ਼ਾਹੀ ਨੂੰ ਦਰੜ ਕੇ ਰੱਖਿਆ ਤੇ ਇਸ ਬਾਦਲ ਨੇ ਰੱਖਿਆ। ਉਸ ਪਾਤਸ਼ਾਹੀ ਨੂੰ ਜੇ ਸਭ ਤੋਂ ਵੱਡਾ ਅਪਮਾਨ ਕੀਤਾ ਤੇ ਬਾਦਲ ਨੇ ਉਦੋਂ ਕੀਤਾ ਜਦੋਂ 300 ਸਾਲਾ ਸ਼ਤਾਬਦੀ ਸੀ ਉਸ ਸਨਾਨ ਦੀ, ਜਿਹੜਾ ਗੁਰੂ ਸਾਹਿਬ ਨੇ 1699 ਚ ਬਣਾਇਆ ਪੰਥ ਤੇ ਗ੍ਰੰਥ ਦਾ। ਉਹਦਾ ਅਪਮਾਨ ਉਸੇ ਸ਼ਤਾਬਦੀ ਤੇ ਬਾਦਲ ਨੇ ਕੀਤਾ। ਪਰ ਸਿੱਖ ਸੁੱਤੇ ਪਏ ਨੇ, ਧੜਿਆਂ ਦੇ ਵਿੱਚ ਵੰਡੇ ਪਏ ਨੇ। ਤੇ ਇੱਕ ਸਾਡੀ ਜੀ ਕਾਲੀ ਪਾਰਟੀ ਹੈ, ਸਾਡੀ ਜੀ ਕਾਲੀ, ਹੁਣ ਲੈ ਲਓ ਡੋਕੇ ਲੈ ਲਓ ਕਾਲੀ ਸਰਕਾਰ ਦੇ। ਤੋ ਇਹ ਸਾਡਾ ਫਰਜ਼ ਆ, ਅਸੀਂ ਗੁਰੂ ਮਹਾਰਾਜ ਨੂੰ ਸਮਰਪਿਤ ਆ। ਸਾਡਾ ਫਰਜ਼ ਬਣਦਾ ਪਹਿਰਾ ਦੇਣਾ ਜੀ। ਅਸੀਂ ਪਹਿਰਾ ਦਿੱਤਾ ਤੇ ਦੇਵਾਂਗੇ, ਭਾਵੇਂ ਕੁਛ ਹੋਵੇ ਜਾਂ ਨਾ ਹੋਵੇ, ਕੋਈ ਬਣੇ ਜਾਂ ਨਾ ਬਣੇ।
ਇਹ ਪ੍ਰਮਾਤਮਾ ਮਾਲਕ ਆ। ਅਸੀਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਸੀਂ ਜਿੰਨੇ ਕੁ ਪ੍ਰਾਣ ਪ੍ਰਮਾਤਮਾ ਨੇ ਸਾਨੂੰ ਬਖਸ਼ਿਸ਼ਾਂ ਦਿੱਤੇ ਆ, ਇਹ ਉਹਦੀ ਉਸ ਸਿਧਾਂਤ ਖਾਲਸਾ ਵਿਰਾਸਤ ਨੂੰ ਸੰਭਾਲਣ ਲਈ ਦਸਮ ਪਾਤਸ਼ਾਹ ਦੇ ਖਾਲਸਾ ਧਰਮ ਜਿਹਦੇ ਲਈ ਉਹਦੇ ਬੱਚਿਆਂ ਨੇ ਸ਼ਹਾਦਤ ਦਿੱਤੀਆਂ, ਉਹਨੂੰ ਜਿਉਂਦਾ ਰੱਖਣ ਲਈ ਲਾਵਾਂਗੇ ਜੀ। ਇੱਕ ਸੰਗਤ ਦਾ ਇੱਕ ਜਿਵੇਂ ਮੈਂ ਕਈ ਵਾਰ ਦੇਖਿਆ ਕਮੈਂਟ ਬਾਕਸ ਦੇ ਵਿੱਚ ਵੀ ਜਿਹੜੀਆਂ ਗੱਲਾਂ ਆਉਂਦੀਆਂ ਨੇ ਕਿ ਜਿਵੇਂ ਕਿ ਇਹ ਤਾਂ ਨਹੀਂ ਹੈਗਾ ਕਿ ਬਾਦਲਾਂ ਨੂੰ ਤਾਰਨ ਦੇ ਲਈ ਜਾਂ ਆਪ ਬੈਠਣ ਦੇ ਲਈ ਬਾਕੀ तमाम ਜਿਹੜੀਆਂ ਪੰਥਕ ਧਿਰਾਂ ਨੇ ਕਹਿ ਰਹੇ ਨੇ, ਕਿਉਂਕਿ ਜੋ ਦਿੱਲੀ ਕਮੇਟੀ ਦੇ ਵਿੱਚ ਹੋਇਆ ਉਹ ਕਿਤੇ ਨਾ ਕਿਤੇ ਸੰਗਤ ਦੇ ਮਨ ਦੇ ਵਿੱਚ ਡਰ ਹੈ ਜੀ। ਐਸਜੀਪੀਸੀ ਚੋਣਾਂ ਹੁੰਦੀਆਂ ਨੇ, ਪੰਥਕ ਧਿਰਾਂ ਹਾਰ ਜਾਂਦੀਆਂ ਨੇ, ਫਿਰ ਵੀ ਤਾਂ ਉਹੀ ਮੈਂ ਤੁਹਾਨੂੰ ਭਾਈ ਸਾਹਿਬ ਦੱਸ ਚੁੱਕਾ ਵੀ ਇਹ ਸਵਾਰਥ ਨਾਲ ਲਿਬੜੇ ਲੀਡਰ ਜਿਹੜੇ ਨੇ, ਇਹਨਾਂ ਦੀ ਰਾਜਨੀਤੀ, ਇਹਨਾਂ ਦੀ ਏਕਤਾ ਸਵਾਰਥ ਨਾਲ ਸਹਿਮਤ ਆ। ਮੈਂ ਦਿੱਲੀ ਦੇ ਵਿੱਚ ਬਾਦਲ ਨੂੰ ਲਾਉਣ ਲਈ ਸਰਨੇ ਨੂੰ ਹੀਰੋ ਬਣਾਇਆ, ਸਰਨੇ ਨੇ ਸਾਡੀਆਂ ਜੜ੍ਹਾਂ ਵੱਢਤੀਆਂ। ਫਿਰ ਸਰਨੇ ਨੂੰ ਥੱਲੇ ਲਾਉਣ ਲਈ ਮਨਜੀਤ ਨੂੰ ਹੀਰੋ ਬਣਾਇਆ, ਮਨਜੀਤ ਨੇ ਸਾਡਾ ਬੇੜਾ ਗਰਕ ਕਰਤਾ। ਫਿਰ ਇਹ ਦੋਵੇਂ ਜਾਣਿਆਂ ਨੇ ਮੈਨੂੰ ਫੂਲਕਾ ਸਾਹਿਬ ਨੇ, ਢੀਂਡਸਾ ਸਾਹਿਬ ਨੇ ਕਿਹਾ ਵੀ ਇਹ ਦੋਵੇਂ ਜਾਣੇ ਬਾਦਲ ਨੂੰ ਹਰਾਉਣ ਲਈ ਖੜੇ, ਅਸੀਂ ਉੱਥੇ ਵੀ ਆਪਣਾ ਆਪ ਗਵਾ ਬੈਠੇ। ਅਸੀਂ ਕਿਹਾ ਚਲੋ ਠੀਕ ਹੈ, ਸਾਨੂੰ ਭਾਵੇਂ ਕੁਛ ਨਾ ਦਿਓ, ਤੁਸੀਂ ਆਪਸ ਵਿੱਚ ਲੜੋ। ਉਹ ਇੱਕ ਨੇ ਤੇ ਮੇਰੇ ਖਿਲਾਫ ਜਿਹੜੀ 7 ਸੀਟਾਂ ਛੱਡੀਆਂ ਸਰਨੇ ਨੇ, ਉਹਨੇ ਤੇ ਉੱਥੇ ਆਪਣੇ ਬੰਦਿਆਂ ਨੂੰ ਕਹਿ ਕੇ ਮੇਰੇ ਬੰਦਿਆਂ ਦੇ ਵਿਰੁੱਧ ਵੋਟਾਂ ਪਵਾਤੀਆਂ, ਤੇ ਦੂਸਰਾ ਜਿਹੜੇ ਉਹਨੇ ਬੰਦੇ ਖੜੇ ਕਰਤੇ। ਇਹ ਗੱਲ ਸੱਚੀ ਹੈ ਕਿ ਤੁਸੀਂ ਕਿਹਾ ਸੀ ਕਿ ਭਾਵੇਂ ਮੈਨੂੰ 5 ਜਾਂ 7 ਸੀਟਾਂ ਹੀ ਦੇ ਦਿਓ, ਏਕਾ ਕਰ ਲਓ? ਮੈਂ ਇਹ ਕਿਹਾ ਸੀ 46 ਸੀਟਾਂ ਨੇ, 1 ਸੀਟ ਦੇ ਦਿਓ, 45 ਵੰਡ ਲਓ, ਆਪਸ ਵਿੱਚ ਇਕੱਠੇ ਹੋ ਜਾਓ। ਢੀਂਡਸਾ ਸਾਹਿਬ ਦੀ ਕੋਠੀ 'ਚ 1 ਸੀਟ ਤੇ ਤਿਆਰ ਸੀ। 1 ਸੀਟ ਤੇ ਮੈਂ ਕਿਹਾ 1 ਸੀਟ ਦੇ ਦਿਓ, 45 ਸੀਟਾਂ ਦੋਵੇਂ ਵੰਡ ਲਓ। ਉੱਥੇ ਤਲਵੰਡੀ ਸਾਹਿਬ ਉੱਥੇ, ਫੂਲਕਾ ਸਾਹਿਬ ਉੱਥੇ ਬੈਠੇ, ਢੀਂਡਸਾ ਸਾਹਿਬ ਉੱਥੇ ਬੈਠੇ, ਇੱਕ ਬਾਠ ਹੈ ਪ੍ਰਬੰਧਕ ਕਮੇਟੀ ਦਾ ਮੈਂਬਰ, ਉਹ ਉੱਥੇ ਸੀ। ਸਰਨੇ ਦਾ ਛੋਟਾ ਭਰਾ ਰਵਿੰਦਰ ਜੋ ਛੋਟਾ ਭਰਾ ਸਰਨੇ ਦਾ ਪਰਮਜੀਤ ਦਾ, ਉਹ ਉੱਥੇ ਬੈਠਾ ਸੀ, ਪਰਮਜੀਤ ਉੱਥੇ ਬੈਠਾ। ਇਹਨਾਂ ਦੀ ਹਾਜ਼ਰੀ 'ਚ ਢੀਂਡਸੇ ਦੀ ਕੋਠੀ 'ਚ ਮੈਂ ਕਿਹਾ ਕਿ ਤੁਸੀਂ ਮੇਰੇ ਨਾਲ ਚੰਗਾ ਨਹੀਂ ਕੀਤਾ, ਲੇਕਿਨ ਮੈਂ ਸਾਰਾ ਕੁਝ ਛੱਡਿਆ, ਤੁਸੀਂ ਏਕਤਾ ਕਰ ਲਓ। ਮਾਨ ਸਾਹਿਬ ਨੇ ਇੱਕ ਹੋ ਸਕਦਾ ਤੁਹਾਡਾ? ਨਹੀਂ, ਮਾਨ ਸਾਹਿਬ ਨਾਲ ਹੋ ਚੁੱਕਾ ਸਾਡਾ ਨਾਲ, ਉਹਨਾਂ ਇਹਨਾਂ ਦੇ ਤਜਰਬੇ ਸਾਡੇ ਨਾ ਬੜੇ ਪਹਿਲਾਂ ਦੇ ਉਹ ਕਲੀਅਰ ਹੋ ਚੁੱਕੇ, ਉੱਥੇ ਤੇ ਹੁਣ ਹੱਥ ਜੋੜ ਕੇ ਅਸੀਂ ਪਾਸੇ ਹੋਵਾਂਗੇ। ਤੇ ਜੇਕਰ ਹੁਣ ਚੋਣਾਂ ਕਰਵਾਉਣ ਦੇ ਲਈ ਮੰਨ ਲਓ ਜਿਸ ਤਰ੍ਹਾਂ ਚੋਣਾਂ ਤੋਂ ਬਾਅਦ, ਚੋਣਾਂ ਵੇਲੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਏਕਾ ਨਹੀਂ ਹੋ ਸਕਦਾ ਜਾਂ ਜੋ ਵੀ ਆਮ ਸੀ ਦੇ ਮਸਲੇ ਨੇ, ਪਰ ਚੋਣਾਂ ਤਾਂ ਪੰਥਕ ਧਿਰਾਂ ਨੂੰ ਇੱਕ ਜਿਨ੍ਹਾਂ ਦੀ ਲੋੜ ਆ ਗੁਰੂ ਘਰ ਲਈ, ਗੁਰੂ ਨੂੰ ਸਮਰਪਿਤ ਸੇਵਾਵਾਂ ਨੇ, ਉਹ ਸਾਡੇ ਨਾਲ ਇਕੱਠੇ ਹੋਣਗੇ, ਅਸੀਂ ਇਕੱਠੇ ਚੱਲਾਂਗੇ ਜੀ। ਕੁਝ ਗਰੁੱਪ ਨੇ ਜਿਨ੍ਹਾਂ ਨੂੰ ਸਪੈਸ਼ਲੀ ਇਸ ਕਰਕੇ ਖੜਾ ਕੀਤਾ ਗਿਆ ਕਿ ਤੁਸੀਂ ਦਾਲ 'ਚ ਕੱਦੂ ਪਾ ਕੇ ਰੱਖਣਾ, ਟਿੰਡ 'ਚ ਕਾਨਾ ਪਾ ਕੇ ਰੱਖਣਾ। ਜਿਸ ਤਰ੍ਹਾਂ ਇਹ ਵਡਾਲਾ 2 ਵਾਰੀ ਦਿੱਲੀ 'ਚ ਲੜਿਆ, ਦੋਵੇਂ ਵਾਰੀ ਇਹਦੀ ਕਿਸੇ ਸੀਟ ਤੇ 100 ਤੋਂ ਵੱਧ ਵੋਟ ਨਹੀਂ ਪਈ, 46 ਦੀਆਂ 46 ਸੀਟਾਂ ਤੇ ਲੜਿਆ। ਇੱਕ ਵਾਰੀ ਮੇਰੇ ਨਾਲ ਪ੍ਰੋਮਿਸ ਕਰਕੇ ਮੈਨੂੰ 10 ਸੀਟਾਂ ਤੇ ਲੈ ਆਂਦਾ ਇਹਨਾਂ ਨੇ ਕਿ ਤੁਸੀਂ 10 ਲੈ ਲਓ, ਬਾਕੀ ਸਾਨੂੰ ਦੇ ਦਿਓ। ਮੈਂ ਕਿਹਾ ਚਲੋ 10 ਦੇ ਦਿਓ, 10 ਦੀ ਲਿਸਟ ਦਿਓ। ਮੈਂ ਲਿਸਟ ਦੇਤੀ, ਤੇ ਜਦੋਂ ਕਾਗਜ਼ ਭਰਤੇ ਤੇ ਆਪਣੇ ਸਾਰਿਆਂ ਦੇ ਨਾ ਭਰਵਾਤੇ ਤੇ ਮੇਰੇ ਬੰਦਿਆਂ ਦੇ ਅੱਗੇ ਬੰਦੇ ਖੜੇ ਕਰਤੇ। ਮੈਂ ਕਿਹਾ ਇਹ ਤੁਸੀਂ ਕੀ ਕੀਤਾ? ਕਹਿੰਦੇ ਜੀ ਉਹ ਤੁਸੀਂ ਸਾਡਾ ਫਲਾਨਾ ਬੰਦਾ ਆਪਣਾ ਖੜਾ ਕਰੋ, ਉੱਥੇ ਸਾਡੀ ਬੀਬੀ ਆ ਜੀ। ਮੈਂ ਕਿਹਾ ਮੈਂ ਤੁਰਕ ਖੜੇ ਕੀਤੇ, ਵੀ ਮੈਂ ਤੁਹਾਨੂੰ ਲਿਸਟ ਦਿੱਤੀ ਆ, ਗੁਰਸਿੱਖ ਨੇ ਤੇ ਮੇਰੇ ਨਾਲ ਖੜੇ ਨੇ, 4 ਵਾਰੀ ਜਿੱਤ ਚੁੱਕੇ ਨੇ। ਤੁਸੀਂ ਅੱਜ ਕਿਉਂ ਇਲੈਕਸ਼ਨ ਸਿਰ ਤੇ ਆ ਗਈ ਆ, ਭਰੇ ਜਾ ਚੁੱਕੇ ਕਾਗਜ਼, ਵਾਪਸ ਲੈਣ ਦੀ ਤਰੀਕ ਨਿਕਲ ਚੁੱਕੀ, ਤੁਸੀਂ ਮੈਨੂੰ ਅੱਜ ਇਹ ਕਹਿ ਰਹੇ ਹੋ? ਤੇ ਤੁਹਾਡਾ ਵਚਨ ਦਾ ਕੀ ਹੋਇਆ? ਗੁਰਸਿੱਖੀ ਦਾ ਤੁਹਾਡਾ ਕਦਰਾਂ ਕੀਮਤਾਂ ਕੀ ਨੇ? ਤੁਸੀਂ ਸਟੇਜ ਤੋਂ ਸਾਨੂੰ ਜਿਹੜਾ ਉਪਦੇਸ਼ ਦਿੰਦੇ ਇਸੇ ਕਰਕੇ ਦਿੰਦੇ ਹੋ, ਤੁਹਾਡੇ ਤੇ ਲਾਗੂ ਨਾ ਹੋਵੇ, ਸਾਡੇ ਤੇ ਹੋਵੇ। ਨਹੀਂ ਛੱਡਿਆ ਜੀ। ਮੈਨੂੰ 10 ਸੀਟਾਂ ਛੱਡੀਆਂ, ਮੈਂ 10 ਚੋਂ 3 ਲੈ ਗਿਆ। ਇਹਨਾਂ 46 ਚੋਂ 1 ਨਹੀਂ ਖੜੀ, ਸਰਨੇ ਨੇ 46 ਚੋਂ 6 ਖੜੀਆਂ। ਤੁਸੀਂ ਦੇਖੋ, ਮੇਰੇ ਸਾਹਮਣੇ ਵਡਾਲਾ, ਮੇਰੇ ਸਾਹਮਣੇ ਆਮ ਆਦਮੀ ਪਾਰਟੀ ਦਾ ਗਰੁੱਪ, ਮੇਰੇ ਸਾਹਮਣੇ ਬਾਦਲ ਦਾ ਤੇ ਸਰਨੇ ਦਾ, ਉਹਦੇ ਵਿੱਚੋਂ ਮੈਂ 10 ਚੋਂ ਫਿਰ 3 ਲੈ ਗਿਆ। ਤੇ ਇਹਨਾਂ ਨੇ ਇਹੋ ਜਿਹੀ ਏਕਤਾ ਕੀਤੀ। ਦੂਸਰੀ ਵਾਰੀ ਜਿਹੜਾ ਜੋ ਖੜੀ ਘੋੜੀ, ਉਹ ਵੀ ਤੁਹਾਨੂੰ ਪਤਾ ਕਿੱਥੇ ਕਰੋਗੇ ਏਕਤਾ। ਤੇ ਵਡਾਲੇ ਨੂੰ ਪੁੱਛ ਲਿਆ ਜਾਏ ਵੀ ਤੇਰਾ ਕੱਦ ਕਾੜ, ਤੇਰਾ ਕੋਈ ਅੱਗਾ ਪਿੱਛਾ ਹੈ ਕੋਈ? ਤੂੰ ਇਹ ਜਿਹੜੀ ਲੜਾਈ ਲੜ ਰਿਹਾ ਹੈ, ਤੂੰ ਕੱਲ ਜਿੰਨੀ ਤੇਰੀ ਉਮਰ ਹੈ ਉਨੀ ਤੇ ਅਸੀਂ ਕੈਦਾਂ ਕੱਢੀ ਬੈਠੇ। ਤੂੰ ਆ ਸਾਨੂੰ ਸਿਖਾਏਗਾ ਵੀ ਤੇਰਾ ਕੱਦ ਨਹੀਂਗਾ, ਤੇਰਾ ਚਿਹਰਾ ਨਹੀਂਗਾ, ਤੇਰਾ ਫਲਾਣਾ ਨਹੀਂਗਾ। ਦਿੱਲੀ 'ਚ ਤੈਨੂੰ ਜਾਣਦਾ ਕੋਈ ਨਹੀਂ? ਦੱਸੋ, ਦਿੱਲੀ 'ਚ ਮੈਨੂੰ ਨਹੀਂ ਕੋਈ ਜਾਣਦਾ। ਫਰਾਰੀਆਂ ਕੱਟੀਆਂ ਤੇ ਉੱਥੇ ਕੱਟੀਆਂ, ਜੇਲ੍ਹਾਂ ਕੱਟੀਆਂ ਤੇ ਉੱਥੇ ਕੱਟੀਆਂ, ਜੇ ਰਹਿ ਤੇ ਉੱਥੇ ਰਹਿ, ਤੇ ਮੈਨੂੰ ਕਹਿੰਦਾ ਤੁਹਾਡਾ ਦਿੱਲੀ ਚਿਹਰਾ ਹੀ ਹੈ ਨਹੀਂ। ਹਾਂ, ਤੋ ਇਹਨਾਂ ਦੇ ਨਾਲ ਨਾ ਤੁਸੀਂ ਯਕੀਨ ਕਰੋ, ਜਿਹੜੇ ਤੇ ਗੁਰਸਿੱਖ ਨੇ,
ਜਿਨ੍ਹਾਂ ਦੀ ਲੋੜ ਆ ਕਿ ਅਸੀਂ ਚੇਂਜ ਲਿਆਉਣਾ ਉਹ ਸਾਡੇ ਨਾਲ ਚੱਲਣਗੇ, ਅਸੀਂ ਇਕੱਠੇ ਚੱਲਾਂਗੇ। ਅਸੀਂ ਆਪਣੀ ਆਪਣੀ ਜਗ੍ਹਾ ਤੇ ਕੰਮ ਕਰ ਰਹੇ ਹਾਂ, ਲੇਕਿਨ ਅਖੀਰਲੇ ਦਿਨਾਂ 'ਚ ਇਕੱਠੇ ਚੱਲਾਂਗੇ। ਉਹ ਨੌਜਵਾਨ ਕੀ ਕਰਨ ਜਿਹੜੇ ਦੂਸਰਾ ਸੁਣੋ ਦੂਸਰਾ ਜਿਹੜੇ ਬੰਦਿਆਂ ਨਾਲ ਨਹੀਂ ਬਣਨੀ ਜੀ, ਉਹ ਅਸੀਂ ਡੰਕੇ ਦੀ ਚੋਟ ਤੇ ਕਵਾਂਗੇ ਵੀ ਇਹਨਾਂ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਨਹੀਂ ਇਹਨਾਂ ਨਾਲ ਚੱਲ ਸਕਦੇ। ਉਹ ਫਿਰ ਸੰਗਤ ਫੈਸਲਾ ਕਰੇ, ਜੋ ਸੰਗਤ ਕਰੂਗੀ ਸਾਨੂੰ ਮਨਜ਼ੂਰ, ਸਾਨੂੰ ਕੋਈ ਲਾਲਚ ਨਹੀਂ। ਜੇ ਸੰਗਤ ਚਾਹੁੰਦੀ ਆ, ਜੇ ਸੰਗਤ ਨੂੰ ਅਜੇ ਤੱਕ ਇਹੀ ਨਹੀਂ ਪਤਾ ਲੱਗਾ ਵੀ ਕਿਹੜਾ ਲੀਡਰ ਕਿੱਥੇ ਖੜਾ ਤੇ ਫਿਰ ਅਸੀਂ ਸੰਗਤ ਨੂੰ ਕਿਵੇਂ ਸਮਝਾਵਾਂਗੇ? ਸਾਡੀ ਅੱਧੀ ਸਦੀ ਨਿਕਲ ਗਈ ਮਾਰ ਖਾਂਦਿਆਂ, ਸਾਨੂੰ ਨੌਜਵਾਨ ਬਰਬਾਦ ਹੋ ਗਏ, ਮੁੰਡੇ ਜੇਲ੍ਹਾਂ 'ਚ ਡੱਕੇ ਪਏ ਨੇ ਤੇ ਬਰਬਾਦੀ ਇੰਨੀ ਹੋਈ ਵੀ ਕਾਲ ਤਖਤ ਢਹਿ ਗਿਆ, ਬੇਪੱਤੀ ਹੋਈ ਸਾਰੇ ਹਿੰਦੁਸਤਾਨ 'ਚ, ਮੁੰਡੇ ਗੋਲੀਆਂ ਨਾਲ ਮਾਰੇ ਗਏ ਤੇ ਸਾਨੂੰ ਸੈਂਟਰ ਸਰਕਾਰ ਨੇ ਕਿਸੇ ਰੁੱਖ ਦਾ ਪੱਤਾ ਤੋੜ ਕੇ ਨਹੀਂ ਦਿੱਤਾ। ਹਾਂਜੀ, ਇਹ ਸਾਨੂੰ ਸਿੱਖ ਜੇ ਤੁਸੀਂ ਸਿੱਖਣਾ ਕੁਝ ਤੇ ਇਹਨਾਂ ਬੀਤ ਚੁੱਕੇ ਹਾਲਾਤਾਂ ਤੋਂ ਸਿੱਖੋ। ਤੇ ਜੇ ਸਿੱਖਾਂ ਨੂੰ ਅਜੇ ਵੀ ਲੋੜ ਆ ਕੋਈ ਹੋਰ ਅਜਮਾਇਸ਼ ਕਰਦੀ ਜਾਓ ਤੇ ਅਸੀਂ ਆਪਣਾ ਫਰਜ਼ ਨਿਭਾਵਾਂਗੇ। ਸੰਗਤ ਜੋ ਫੈਸਲਾ ਕਰੂਗੇ ਅਸੀਂ ਉਹਦੇ ਬਾਅਦ, ਜੇ ਸਾਨੂੰ ਸੰਗਤ ਸਵੀਕਾਰ ਨਹੀਂ ਕਰਦੀ ਤੇ ਅਸੀਂ ਹੱਥ ਜੋੜ ਕੇ ਅਸੀਂ ਘਰ ਬੈਠਾਂਗੇ, ਰੱਬ ਦਾ ਨਾਮ ਲਵਾਂਗੇ, ਦਸਮ ਪਾਤਸ਼ਾਹ ਦੀ ਪਵਿੱਤਰ ਅਜ਼ਮਤ ਦਾ ਪ੍ਰਚਾਰ ਕਰਾਂਗੇ। ਅਸੀਂ ਇਹਨਾਂ ਤੋਂ ਵੋਟਾਂ ਨਹੀਂ ਮੰਗਾਂਗੇ ਜੀ। ਤਾਂ ਅਖੀਰਲੀ ਸਵਾਲ ਹੈ ਮੇਰਾ ਕਿ ਉਹ ਨੌਜਵਾਨ ਕੀ ਕਰਨ ਜਿਹੜੇ ਅਜਿਹੀਆਂ ਸਿਚੁਏਸ਼ਨਾਂ ਦੇ ਵਿੱਚ ਆ ਕੇ ਦੋ ਚਿੱਚੀ ਦੇ ਵਿੱਚ ਪੈ ਜਾਂਦੇ ਨੇ, ਅਤੇ ਤੁਹਾਡੀ ਭਵਿੱਖੀ ਰਣਨੀਤੀ ਚੋਣਾਂ ਨੂੰ ਲੈ ਕੇ ਹੁਣ ਕੀ ਹੈ ਕਿ ਕੀ ਕਰਨਾ ਚਾਹੁੰਦੇ ਹੋ ਜਿਨ੍ਹਾਂ ਨਾਲ ਚੋਣਾਂ ਹੋਣ? ਦੇਖੋ, ਨੌਜਵਾਨ ਜਿਹੜੇ ਨੇ ਇਹਨਾਂ ਨੂੰ ਆਪਣਾ ਮਾਡਲ ਰੋਲ ਚੁਣਨਾ ਚਾਹੀਦਾ। ਇਹ ਜਿਹੜੇ ਅੱਜ ਬੱਚੇ ਨੇ ਜਿਨ੍ਹਾਂ ਦੀ 18 ਸਾਲ 20 ਸਾਲ ਉਮਰ ਆ, ਇਹਨਾਂ ਨੂੰ ਸਾਡੀ ਜਿਹੜੀ ਪੁਰਾਤਨ ਹਿਸਟਰੀ ਆ, ਘੱਟੋ ਘੱਟ 50 ਸਾਲ ਦੀ ਹਿਸਟਰੀ, ਉਹਦਾ ਇਤਿਹਾਸ ਪੜ੍ਹਨਾ ਚਾਹੀਦਾ ਤੇ ਇਹ ਦੇਖਣਾ ਚਾਹੀਦਾ ਵੀ ਕਿੱਥੇ ਕੀ ਪਿਆ, ਵੀ ਇਹ ਹੁੱਲੜਬਾਜ਼ੀ ਦੇ ਵਿੱਚ ਆ ਕੇ ਆਪਣਾ ਨੁਕਸਾਨ ਨਾ ਕਰਾਉਣ, ਨਾ ਕੌਮ ਦਾ ਕਰਾਉਣ, ਨਾ ਸ਼ਰਮਿੰਦਗੀ ਠਾਉਣ। ਤੇ ਬੜੇ ਸਿਆਣੇ ਢੰਗ ਨਾਲ ਬੜੀ ਰਾਜਨੀਤੀ ਉਹ ਕਰਨ ਜਿਹੜੀ ਰਾਜਨੀਤੀ 'ਚੋਂ ਕੌਮ ਦਾ ਕੋਈ ਭਲਾ ਹੋਵੇ। ਆਪਣਾ ਨੁਕਸਾਨ ਕਰਾ ਕੇ ਕਿਸੇ ਦਾ ਅਸੀਂ ਵਾਲ ਵੀ ਵਿੰਗਾ ਨਾ ਕਰ ਸਕੀਏ ਤੇ ਉਹ ਕੋਈ ਰਾਜਨੀਤੀ ਨਹੀਂ ਹੁੰਦੀ। ਤੋ ਇਸ ਤਰੀਕੇ ਨਾਲ ਨੌਜਵਾਨਾਂ ਨੂੰ ਅਸੀਂ ਇਹੀ ਪ੍ਰੇਰਾਂਗੇ ਕਿ ਅਸੀਂ ਦਸਮ ਪਾਤਸ਼ਾਹ ਦੇ ਜੇ ਖਾਲਸਾ ਧਰਮ ਨੂੰ ਬਚਾਉਣਾ ਤੇ ਵੋਟਾਂ ਸਿੱਖਾਂ ਨੇ ਪਾਉਣੀਆਂ ਨੇ। ਇਹ ਜਿਹੜੀ ਸਰਕਾਰ ਹੈ ਇਹਨੂੰ ਵੱਧ ਤੋਂ ਵੱਧ ਇਹ 'ਤੇ ਪ੍ਰੈਸ਼ਰ ਬਿਲਡ ਕਰੋ ਕਿ ਇਹ ਇਲੈਕਸ਼ਨ ਕਰਾਵੇ ਤੇ ਸਿੱਖਾਂ ਨੂੰ ਪ੍ਰੇਰੋ ਕਿ ਤੁਸੀਂ ਗੁਰਸਿੱਖਾਂ ਨੂੰ ਚੁਣੋ ਤੇ ਉਸ ਮੁਕਾਮ ਤੇ ਭੇਜੋ ਜਿੱਥੇ ਜਿਹੜੀ ਪਾਰਲੀਮੈਂਟ ਦੇ ਵਿੱਚ ਅਸੀਂ ਕੋਈ ਆਵਾਜ਼ ਠਾ ਸਕੀਏ ਕਿ ਸਾਡੇ ਬੱਚਿਆਂ ਨੂੰ ਛੱਡੋ, ਕਿਉਂ ਇਹ 30 ਸਾਲ ਤੋਂ ਅੰਦਰ ਨੇ, ਸਾਡੇ ਜਿਹੜੇ ਮਸਲੇ ਨੇ ਪੰਜਾਬ ਦੇ ਉਹ ਹੱਲ ਕਰੋ। ਅਸੀਂ ਸਿੱਖ ਕੌਮ ਨਾਲ ਸੰਬੰਧਿਤ ਆ, ਸਾਨੂੰ ਜਿਹੜੀ ਸਾਡੀ ਡਿਮਾਂਡ ਆ ਉਹਦੇ ਵਿੱਚ ਦਖਲਅੰਦਾਜ਼ੀ ਨਾ ਕਰੋ, ਸਾਡੇ ਧਰਮ ਨੂੰ ਵਧਣ ਫੁੱਲਣ ਦਿਓ। ਤੋ ਅਸੀਂ ਪਾਰਲੀਮੈਂਟ ਦੇ ਵਿੱਚ ਬਹਿ ਕੇ ਕਰ ਸਕਦੇ ਹਾਂ, ਜਿਹੜੀ ਧਾਰਮਿਕ ਸੰਸਦ ਆ। ਅੱਛਾ, ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਕਿ ਦਾਦੂਵਾਲ ਹੋਰਾਂ ਨੇ ਕਿਹਾ ਕਿ ਅਸੀਂ ਬਾਦਲ ਪਰਿਵਾਰ ਤੋਂ ਆ, ਇਹਨਾਂ ਦੇ ਧੱਕੇ ਤੋਂ ਖਫਾ ਹੋ ਕੇ ਆਪਣੀ ਵੱਖਰੀ ਕਮੇਟੀ ਬਣਾਈ ਹੈ। ਹਰਿਆਣਾ ਸਰਕਾਰ ਮੁੱਕਰ ਗਈ ਕਿ ਅਸੀਂ ਬਿਲਕੁਲ ਵੀ ਇੰਟਰਫੇਰੈਂਸ ਨਹੀਂ ਕੀਤਾ ਵੱਖਰੀ ਕਮੇਟੀ ਬਣਾਉਣ ਦੇ ਵਿੱਚ। ਉਹ ਫੈਸਲਾ ਸਹੀ ਸੀ ਜਾਂ ਉਹ ਕਮੇਟੀ ਬਣਾਉਣ ਦਾ ਫੈਸਲਾ ਸਹੀ ਹੈ? ਦੇਖੋ, ਹਰਿਆਣਾ ਦੀ ਕਮੇਟੀ ਹਰਿਆਣਾ ਦੇ ਸਿੱਖ ਲੀਡਰਸ਼ਿਪ ਜਿਹੜੇ ਆ ਉਹ ਦੱਸ ਸਕਦੇ ਆ। ਸਾਨੂੰ ਉੱਥੋਂ ਦੇ ਜਿਹੜੇ ਅੰਦਰੂਨੀ ਹਾਲਾਤ ਨੇ ਉਹਨਾਂ ਬਾਰੇ ਬਹੁਤਾ ਪਤਾ ਨਹੀਂ। ਉਹਨਾਂ ਬਾਰੇ ਨਲਵੀ ਸਾਹਿਬ ਨੇ, ਝੀਂਡਾ ਸਾਹਿਬ ਨੇ ਤੇ ਇਹ ਦਾਦੂਵਾਲ ਆ, ਇਹ ਦੱਸ ਸਕਦੇ ਆ, ਜਾਂ ਉੱਥੋਂ ਦੇ ਲੋਕ ਦੱਸ ਸਕਦੇ ਆ। ਅਸੀਂ ਉਹ 'ਚ ਜ਼ਿਆਦਾ ਇੰਟਰਸਟ ਨਹੀਂ ਲਿਆ ਕਿਉਂਕਿ ਉਹ ਹੁਣ ਇਹ ਆ ਵੀ ਅੱਜ ਨਹੀਂ ਤੇ 18 ਮਹੀਨਿਆਂ ਬਾਅਦ ਇਲੈਕਸ਼ਨ ਹੋਣਗੇ। ਸਿੱਖ ਉਹਦੇ ਵਿੱਚ ਆਪ ਇਨਵੋਲਵ ਹੋ ਕੇ ਆਪਣੀ ਮਰਜ਼ੀ ਦੇ ਬੰਦੇ ਚੁਣਗੇ, ਆਪੇ ਪ੍ਰਧਾਨ ਚੁਣ ਲੈਣਗੇ। ਚਾਹੇ ਵੱਖਰੀ ਆ ਪਰ ਚੰਗੇ ਬੰਦੇ ਚੁਣੇ ਜਾ ਸਕਦੇ। ਹਾਂ, ਚੁਣੇ ਜਾ ਸਕਦੇ। ਤਾਂ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਕੀਤੀ ਹੈ ਜਥੇਦਾਰ ਰਣਜੀਤ ਸਿੰਘ ਜੀ ਦੇ ਨਾਲ, ਤਾਂ ਜਿਨ੍ਹਾਂ ਨੇ ਕਿਹਾ ਕਿ ਚੋਣਾਂ ਹੋਣੀਆਂ ਜ਼ਰੂਰੀ ਨੇ, ਚੋਣਾਂ ਹੋਣੀਆਂ ਜ਼ਰੂਰੀ ਨੇ। ਬਾਅਦ ਦੇ ਵਿੱਚ ਚਾਹੇ ਕੌਮ ਬਾਦਲ ਪਰਿਵਾਰ ਦੇ ਹੱਕ ਦੇ ਵਿੱਚ ਫਤਵਾ ਦੇਵੇ, ਮੌਜੂਦਾ ਧਿਰ ਦੇ ਹੱਕ ਦੇ ਵਿੱਚ ਫਤਵਾ ਦੇਵੇ, ਜਾਂ ਇਹਨਾਂ ਨੂੰ ਚੁਣੇ, ਜਾਂ ਚਾਹੇ ਕਿਸੇ ਹੋਰ ਧਿਰ ਨੂੰ, ਕਿਸੇ ਵੀ ਧਿਰ ਨੂੰ ਸੰਗਤ ਜਿਸ ਨੂੰ ਚੁਣਨਾ ਪਸੰਦ ਕਰੇਗੀ ਚੁਣ ਲਵੇ। ਪਰ ਉਸ ਤੋਂ ਪਹਿਲਾਂ ਸਿੱਖਾਂ ਦੇ ਕੋਲ ਉਹਨਾਂ ਦਾ ਜਿਹੜਾ ਅਧਿਕਾਰ ਹੈ ਉਸ ਨੂੰ ਵਰਤੋਂ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਸਿੱਖ ਵੋਟ ਪਾ ਸਕਣ, ਸਿੱਖ ਇੱਕ ਵਾਰ ਮੁੜ ਤੋਂ ਚੁਣ ਸਕਣ ਕਿ ਸਾਡੀ SGPC ਨੂੰ ਚੁਣਾਉਣ ਵਾਲੇ ਨੁਮਾਇੰਦੇ ਆਖਰ ਕਿਹੜੇ ਹੋਣੇ ਚਾਹੀਦੇ ਨੇ। ਤਾਂ ਇਹ ਸਵਾਲ ਨੇ ਸਿੱਖ ਸੰਗਤ ਦੇ ਅੱਗੇ ਵੀ ਕਿ ਆਖਰ ਸਿੱਖ ਸੰਗਤ ਕੀ ਚਾਹੁੰਦੀ ਹੈ। ਸਿੱਖ ਸੰਗਤ ਨੂੰ ਵੀ ਇਕੱਤਰ ਹੋਣ ਦੀ ਲੋੜ ਹੈ। SGPC ਚੋਣਾਂ ਦੇ ਲਈ 11 ਸਾਲ ਤੋਂ ਉੱਪਰ ਦਾ ਸਮਾਂ ਇਹਨਾਂ ਚੋਣਾਂ ਨੂੰ ਹੋਇਆ ਹੋ ਚੁੱਕਿਆ ਹੈ। ਤਾਂ ਲੋਕਤੰਤਰ ਦੀ
ਜਿਹੜੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੁੰਦੀ ਹੈ ਕਿ ਉਹਦੇ ਵਿੱਚ ਲੋਕਾਂ ਦੇ ਲਈ ਫੈਸਲੇ ਚੁਣਨ ਦਾ ਅਧਿਕਾਰ ਲੋਕਾਂ ਨੂੰ ਦਿੱਤਾ ਜਾਂਦਾ, ਪਰ ਸਿੱਖਾਂ ਦੇ ਲਈ ਫੈਸਲੇ ਚੁਣਨ ਦਾ ਅਧਿਕਾਰ ਆਖਰ ਸਿੱਖਾਂ ਨੂੰ ਕਦੋਂ ਦਿੱਤਾ ਜਾਵੇਗਾ, ਇਹ ਵੱਡਾ ਸਵਾਲ ਹੈ। ਤਾਂ ਬਣੇ ਰਹੋ ਪੰਜਾਬ ਕੇ ਟੀਵੀ ਦੇ ਨਾਲ। ਕੈਮਰਾਮੈਨ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।